हाँ जी, सत श्री अकाल बच्चों साਰਿਆਂ ਨੂੰ। तो बहुत ही इंपॉर्टेंट सीरीज ਆਪਾਂ ਤੁਹਾਡੇ ਲਈ ਸਟਾਰਟ ਕੀਤੀ ਹੋਈ ਹੈ ਜਿਹਦੇ ਵਿੱਚ ਬੱਚੋ ਅੱਜ ਆਪਣੀ ਕਲਾਸ ਨੰਬਰ 5th ਹੈ। ਬਟ ਇਸ ਹਫਤੇ ਵਿੱਚ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਆਪਾਂ ਰੈਗੂਲਰ ਕੰਟੈਂਟ ਇਹ ਰੈਗੂਲਰ ਸ਼ੋ ਤੁਹਾਨੂੰ ਬੱਚੋ ਆਪਾਂ ਪ੍ਰੋਵਾਈਡ ਕਰਵਾਉਂਦੇ ਰਹੀਏ ਤੇ ਅੱਜ ਆਪਣੀ ਫਿਰ ਕਲਾਸ ਨੰਬਰ 5 ਹੈ। ਸੋ ਹੋਪ ਸੋ ਬੱਚੋ ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਹਫਤੇ ਦੇ ਵਿੱਚ ਤੁਹਾਡੇ ਗਿਆਨ ਦੇ ਵਿੱਚ ਵੱਧ ਤੋਂ ਵੱਧ ਆਪਾਂ ਵਾਧਾ ਕਰ ਸਕੀਏ, ਠੀਕ ਹੈ ਨਾ। ਇਹੀ ਬਸ ਆਪਣੀ ਇਸ ਸੀਰੀਜ਼ ਦਾ ਮੇਨ ਆਬਜੈਕਟਿਵ ਹੈ ਵੀ ਮਿਹਨਤ ਆਪਾਂ ਜਾਰੀ ਰੱਖਣੀ ਹੈ ਵੀ ਸਰਕਾਰ ਐਜੂਕੇਸ਼ਨ ਸੈਕਟਰ ਨੂੰ ਲੈ ਕੇ ਬਹੁਤ ਸੀਰੀਅਸ ਹੈ, ਇਹ 'ਚ ਆਪਾਂ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਟ ਆਪਣਾ ਧਿਆਨ ਸਾਰਾ ਕੀ ਹੈ, ਪੜ੍ਹਾਈ ਵੱਲ ਹੋਣਾ ਚਾਹੀਦਾ ਹੈ। ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ, ਜੋ ਇਹਦੇ ਬੱਚੋਂ ਫਿਰ ਲਏ ਗਏ ਫੈਸਲੇ ਹੈ ਉਹ ਹਰ ਇੱਕ ਬੱਚੇ ਤੱਕ ਮੇਰੇ ਹਿਸਾਬ ਨਾਲ ਗਰੁੱਪਾਂ ਦੇ ਰਾਹੀਂ ਜਾਂ ਟੈਲੀਗ੍ਰਾਮ ਚੈਨਲਸ ਦੇ ਰਾਹੀਂ ਜਾਂ YouTube ਦੇ ਰਾਹੀਂ ਮਤਲਬ ਸਾਰੇ ਬੱਚਿਆਂ ਕੋਲ ਹੀ ਪਹੁੰਚ ਗਿਆ ਹੋਊਗਾ। ਬਾਕੀ ਜਿਨ੍ਹਾਂ ਬੱਚਿਆਂ ਨੂੰ ਹਜੇ ਤੱਕ ਵੀ ਅੱਜ ਦੀ ਇਨਫੋਰਮੇਸ਼ਨ ਬਾਰੇ ਨਹੀਂ ਪਤਾ ਉਹਨਾਂ ਵਾਸਤੇ ਮੈਂ ਫਾਸਟ ਐਂਡ ਫਿਊਰੀਅਸ ਤਰੀਕੇ ਨਾਲ ਰੀਡ ਕਰ ਦੇਣਾ ਬੱਚੋ। ਸੋ ਪੰਜਾਬ ਪੁਲਿਸ ਦੇ ਵਿੱਚ ਇਹ ਕਹਿੰਦੇ ਵੀ ਅਸੀਂ 1800 ਕਾਂਸਟੇਬਲ ਦੀਆਂ ਭਰਤੀਆਂ ਕਰਨ ਜਾ ਰਹੇ ਹਾਂ। ਤੇ ਪਹਿਲੀ ਗੱਲ ਤਾਂ ਉਹੀ ਭਰਤੀ ਹੈ ਬੱਚੋ ਜਿਹੜੀ 10,000 ਤੋਂ ਚੱਲੀ ਹੈ। ਪਹਿਲਾਂ ਕਹਿੰਦੇ ਸੀ 10,000 ਆਉਣਗੀਆਂ, ਫਿਰ ਇਹ ਭਾਈ ਕਹਿੰਦੇ 6200 ਹੈ। ਫਿਰ ਇੱਕ ਮਹੀਨਾ ਬਹੁਤ YouTube ਤੇ ਐਡ ਹੋਈ ਹੈ ਵੀ 6200 ਪੋਸਟਾਂ ਦੀ ਤਿਆਰੀ ਕਰੋ, 6200 ਪੋਸਟਾਂ ਦੀ ਤਿਆਰੀ ਕਰੋ। ਤੇ ਹੌਲੀ ਹੌਲੀ ਬੱਚੋ ਇਹ ਸੁੰਗੜ ਕੇ ਆਪਣੀ 1800 ਤੇ ਆ ਚੁੱਕੀਆਂ ਹੈ। ਸੋ ਹੁਣ ਤਾਂ ਆਪਾਂ ਬਸ ਇਹੀ ਕਹਿ ਸਕਦੇ ਹਾਂ ਵੀ ਨੋਟੀਫਿਕੇਸ਼ਨ ਦੀ ਵੇਟ ਕਰੋ ਕਿਤੇ ਹੋਰ ਨਾ ਘਟ ਜਾਣ। ਬਟ ਇਹ ਅੱਜ ਦਾ ਲੇਟੈਸਟ ਅੰਕੜਾ ਹੈ। ਫਿਰ ਕਹਿੰਦੇ ਬੱਚੀ 300 ਅਸੀਂ ਸਬ ਇੰਸਪੈਕਟਰ ਦੀ ਭਰਤੀ ਵੀ ਕਰਾਂਗੇ। ਸਭ ਤੋਂ ਵੱਡੀ ਗੱਲ ਕਹਿੰਦੇ ਇਹ ਹੈ ਵੀ ਜਿਹੜੀ ਭਰਤੀ ਆਪਾਂ ਮਤਲਬ ਪਬਲਿਸ਼ ਕਰਾਂਗੇ, ਨੋਟੀਫਿਕੇਸ਼ਨ ਆਊਟ ਕਰਾਂਗੇ, ਉਹਨੂੰ ਬੱਚੋ ਉਸ ਸਾਲ ਦੇ ਵਿੱਚ ਪੂਰਾ ਕਰਾਂਗੇ। ਇਹ ਵੀ ਨਾਲ ਚੌਥੇ ਪੁਆਇੰਟ 'ਚ ਸਪੈਸ਼ਲ ਦਿੱਤਾ ਹੋਇਆ ਹੈ। ਤੇ ਕਹਿੰਦੇ ਨਾਲ ਕਹਿੰਦੇ ਸਤੰਬਰ ਆਪਣਾ ਜਿਹੜਾ ਮਹੀਨਾ ਹੋਊਗਾ ਉਹਦੇ ਵਿੱਚ ਆਪਣੇ ਫਿਜ਼ੀਕਲ ਟੈਸਟ ਹੋਇਆ ਕਰੇਗਾ। ਸੋ ਓਵਰਆਲ ਆਪਾਂ ਇਹੀ ਕਹਿ ਸਕਦੇ ਹਾਂ ਵੀ ਠੀਕ ਹੈ ਵੀ ਐਜੂਕੇਸ਼ਨ ਸੈਕਟਰ ਨੂੰ ਲੈ ਕੇ ਇਹ ਥੋੜੇ ਬਹੁਤ ਅਵੇਅਰ ਹੈਗੇ ਆ ਬਾਕੀਆਂ ਸਰਕਾਰਾਂ ਨਾਲੋਂ। ਹਾਂ, ਬਾਕੀ ਇਹਨਾਂ ਹੋਰ ਸਿਸਟਮ ਢਾਂਚਾ ਮਤਲਬ ਕਿਵੇਂ ਚੱਲ ਰਿਹਾ ਹੈ ਉਹ 'ਚ ਫੌ ਪੈ ਰਿਹਾ ਕਿ ਨਹੀਂ ਪੈ ਰਿਹਾ ਉਹ ਤਾਂ ਮਤਲਬ ਅੱਡ ਚਰਚਾ ਦਾ ਵਿਸ਼ਾ ਹੈ। ਬਟ ਆਪਣੇ ਸੈਕਟਰ ਨੂੰ ਲੈ ਕੇ ਇਹ ਚੰਗੇ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਵੇਂ ਸਭ ਤੋਂ ਵੱਡੀ ਗੱਲ ਕੀ ਹੈ, ਆ 5ਵਾਂ ਪੁਆਇੰਟ ਜਿਹੜਾ ਸਪੈਸ਼ਲ ਯੈਲੋ ਕਲਰ 'ਚ ਲਿਖਿਆ ਹੈ ਕਿਉਂਕਿ ਇਹ ਆਪਣੀ ਬਹੁਤ ਹੀ ਫੇਵਰੇਟ ਪੋਸਟ ਹੈ। ਪਟਵਾਰੀ ਦੀਆਂ 700 ਪੋਸਟਾਂ ਵੀ ਇਹਨਾਂ ਨੇ ਬੱਚੋ ਅੱਜ ਦੀ ਕੈਬਨਿਟ ਦੇ ਵਿੱਚ ਇਹ ਆਪਣਾ ਨੋਟੀਫਿਕੇਸ਼ਨ ਮਤਲਬ ਕਹਿ ਦਈਏ ਆਫੀਸ਼ੀਅਲ ਨਹੀਂ ਆਇਆ ਵੀ ਕੈਬਨਿਟ ਦੇ ਮੀਟਿੰਗ 'ਚ ਇਹ ਲਏ ਗਏ ਫੈਸਲੇ ਹੈ। ਹੁਣ ਇਹ ਫੈਸਲੇ ਲਾਗੂ ਕਦੋਂ ਕਰਨਗੇ ਇਹ ਬਾਅਦ ਦੀਆਂ ਗੱਲਾਂ, ਠੀਕ ਹੈ ਨਾ। ਹਾਂ, ਕਰਨਗੇ ਜ਼ਰੂਰ, ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ 6ਵਾਂ ਪੁਆਇੰਟ ਬੱਚਾ ਆਪਣਾ NCC ਵਾਲਾ ਹੈ। ਸੋ ਓਵਰਆਲ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਤੁਹਾਡੇ ਕੋਲੇ ਆਪਣਾ ਇਹ ਰਿਕਾਰਡਡ ਬੈਚ ਨੰਬਰ 1 ਬੈਚ ਆਫ ਪੰਜਾਬ ਬੱਚੋ ਹੋਣਾ ਬਹੁਤ ਹੀ ਮੈਂਡੇਟਰੀ ਹੈ ਜੇਕਰ ਤੁਸੀਂ ਆਉਣ ਵਾਲੇ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੈ। ਕਿਉਂਕਿ ਆਪਣੇ ਕੋਲੇ ਇਹਦੇ ਵਿੱਚ ਕੋਈ ਹੈ ਮਤਲਬ ਬਾਹਲੀ ਵੱਡੀ ਗੇਮ ਪਾਉਣ ਵਾਲੀ ਨਹੀਂ ਹੁੰਦੀ। ਜਦੋਂ ਕੋਈ ਨੋਟੀਫਿਕੇਸ਼ਨ ਆ ਗਿਆ ਉਹਦਾ ਆਪਾਂ ਲੋਗੋ ਚੇਂਜ ਕਰਕੇ ਉਹ ਚਾੜ ਦਾਂਗੇ ਵੀ ਚੱਕ ਦੋ 6200 ਕਾਂਸਟੇਬਲ ਦੀਆਂ ਪੋਸਟਾਂ ਅਲੱਗ ਬੈਚ 2000 ਦਾ 5000 ਦਾ 6000 ਦਾ ਵੀ ਉਹੋ ਜਿਹਾ ਧੰਦਾ ਜਿਹਾ ਆਪਾਂ ਤੋਂ ਘੱਟ ਹੀ ਹੁੰਦਾ ਬੱਚੋ। ਸੋ ਆਪਣਾ ਇਹ ਸਿੰਪਲ ਬੈਚ ਹੈ, A ਕਲਾਸ ਕੰਟੈਂਟ ਹੈ, ਕੁਆਲਿਟੀ ਕੰਟੈਂਟ ਹੈ, ਸਾਰਾ ਫੁੱਲ ਫਲੈਜ ਸਿਲੇਬਸ ਹੈ। ਤੇ ਸਭ ਤੋਂ ਵੱਡੀ ਗੱਲ ਕੀ ਹੈ, ਆਹ ਸਰਕਲ 'ਚ ਤੁਸੀਂ ਆਪੇ ਦੇਖ ਲਓ, ਇਹ ਕੰਪਲੀਟ ਕੰਟੈਂਟ ਪੂਰੇ ਮੁਲਕ ਦੇ ਵਿੱਚ ਕੁਆਲਿਟੀ ਕੰਟੈਂਟ ਤੁਹਾਨੂੰ ਹੋਰ ਪ੍ਰੋਵਾਈਡ ਨਹੀਂ ਕਰਵਾ ਸਕਦਾ। ਇਹ ਆਪਾਂ ਆਪਦਾ ਜਮਨ ਲਾ ਲਓ ਵੀ ਆਪਦਾ ਸਰਵੇ ਲਾ ਲਓ ਕਿਉਂਕਿ ਟੀਚਰ ਵੀ ਦਿਨ ਰਾਤ ਇਹੀ ਦੇਖਦਾ ਵੀ ਹੋਰ ਪਾਸੇ ਕੀ ਕੁਛ ਪਰੋਸਿਆ ਜਾ ਰਿਹਾ ਹੈ। ਸੋ ਇਹ ਸਾਡਾ ਆਪਦਾ ਵੀ ਸਰਵੇ ਹੈ। ਬਾਕੀ ਤੁਸੀਂ ਵੀ ਆਪਦੇ ਕਿਸੇ ਵੀ ਦੋਸਤ ਮਿੱਤਰ ਤੋਂ ਜਿਨ੍ਹਾਂ ਨੇ ਕੋਰਸ ਜੁਆਇਨ ਕੀਤਾ ਹੋਇਆ ਹੈ ਉਹਨਾਂ ਤੋਂ ਪੁੱਛ ਸਕਦੇ ਹੋ, ਠੀਕ ਹੈ ਨਾ। ਸੋ ਇਹ ਕੰਪਲੀਟ ਕੋਰਸ ਹੈ, ਆਉਣ ਵਾਲੇ ਸਾਰੇ ਹੀ ਪੇਪਰਾਂ ਦੇ ਲਈ ਬੱਚੋ ਤੁਸੀਂ ਬੇਫਿਕਰ ਹੋ ਕੇ ਜੁਆਇਨ ਕਰ ਸਕਦੇ ਹੋ। ਅਗੇਨ ਜੋ ਕਿ ਇਨਫੋਰਮੇਸ਼ਨ ਲੈਣੀ ਵੀ ਹੈ ਵੀ ਕੀ ਹੋਊਗਾ ਇਹਦੇ ਵਿੱਚ ਜਾਂ ਕੀ ਨਹੀਂ ਹੋਊਗਾ, ਕੀ ਮਿਲੂਗਾ ਜਾਂ ਕੀ ਨਹੀਂ ਮਿਲੂਗਾ, ਤਾਂ ਉਹਦੇ ਰਿਗਾਰਡਿੰਗ ਫਿਰ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਬੱਚੋ। ਇਹ ਸਾਰਾ ਕੁਝ ਦੇਖਣਾ ਕਿੱਥੇ ਹੈ, ਉਹਦੇ ਲਈ ਤੁਸੀਂ ਆਪਣੀ ਇਹ ਐਪ ਕਰਨੀ ਆ ਡਾਊਨਲੋਡ, ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰਨਾ ਹੈ ਰੁਪਿੰਦਰ ਸਿੱਧੂ ਅਕੈਡਮੀ। ਅਗੇਨ ਫਿਰ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਕਾਲ ਕਰ ਸਕਦੇ ਹੋ 884757 18 ਤੇ 36। ਲਓ ਵੀ ਹੁਣ ਫਿਰ ਆਪਣਾ ਸਾਰਾ ਧਿਆਨ ਹੋਣਾ ਚਾਹੀਦਾ ਹੈ ਪੜ੍ਹਾਈ ਵੱਲ। ਕਲਰ ਕੁਲਰ ਰੰਗ ਰੁੰਗ ਆਪਾਂ ਪਹਿਲਾਂ ਲੈ ਕੇ ਰੱਖ ਲਈਏ, ਬਾਰੀ ਬਾਰੀ ਆਪਾਂ ਨੂੰ ਚੇਂਜ ਨਾ ਕਰਨਾ ਪਵੇ। ਸੋ ਪਹਿਲਾ ਬੱਚੋ ਇਹ ਸਵਾਲ ਹੈ ਸਕਰੀਨ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਦਿਸ ਰਿਹਾ, ਕਿਆ ਬਾਤ ਹੈ, ਸਾਰੀ ਸਕਰੀਨ ਹੀ ਭਰਤੀ। ਪਹਿਲੇ ਸਵਾਲ ਨੇ, ਕਿਆ ਗੁੱਡ ਕੁਐਸਚਨ ਹੈ। ਕਹਿੰਦੇ ਗਰੋਥ ਐਂਡ ਡਿਵੈਲਪਮੈਂਟ, ਵੈਰੀ ਗੁੱਡ ਕੁਐਸਚਨ ਹੈ ਬੱਚੋ ਕਿਉਂਕਿ ਇਹ ਦੋ ਇਹੋ ਜਿਹੇ ਅੱਖਰ ਹੈ ਆਪਣੇ ਮੁਲਕ ਦੇ ਵਿੱਚ ਹਰ ਇੱਕ ਬੰਦਾ, ਚਾਹੇ ਮੈਂ ਕਹਿੰਦਾ ਹਰ ਇੱਕ ਬੰਦਾ ਜਿਹ 'ਚ ਮੈਂ ਵੀ ਆ ਗਿਆ, ਇਹ ਆਪਾਂ ਜਿੱਥੇ ਜੀ ਕਰਦਾ ਅੱਖਰ ਗਰੋਥ ਵਰਤ ਲੈਂਦੇ ਹਾਂ ਤੇ ਜਿੱਥੇ ਜੀ ਕਰਦਾ ਆਪਾਂ ਡਿਵੈਲਪਮੈਂਟ ਵਰਤ ਲੈਂਦੇ ਹਾਂ। ਵੀ ਮਤਲਬ ਇੰਪੋਰਟੈਂਸ ਹੀ ਕੋਈ ਨਹੀਂ, ਬਸ ਜਿਹੜਾ ਮੂੰਹ ਚੋਂ ਨਿਕਲ ਗਿਆ ਦੱਬਤਾ। ਕਹਿੰਦੇ ਕੀ ਇਹ ਆਪਾਂ ਆਫਨ ਟੂ ਟਾਕ ਅਬਾਊਟ ਦ ਕਨਸੈਪਸ਼ਨ ਆਫ ਫੀਲਡ ਆਫ ਇਕਨੋਮਿਕਸ, ਕਹਿੰਦੇ ਕੰਸੀਡਰ ਦੀ ਰਿਲੇਸ਼ਨ। ਕਹਿੰਦੇ ਐਂ ਦੱਸੋ ਵੀ ਗਰੋਥ ਤੇ ਡਿਵੈਲਪਮੈਂਟ ਕੀ ਸੇਮ ਹੈ ਜਾਂ ਕਹਿੰਦੇ ਜਿਹੜਾ ਇਕਨੋਮਿਕ ਆਪਣਾ ਗਰੋਥ ਹੈ
ਕਹਿੰਦੇ ਕੀ ਇਹ ਆਇਡੈਂਟੀਕਲ ਹੈ ਆਪਣੇ ਡਿਵੈਲਪਮੈਂਟ ਦੇ ਨਾਲ, ਜਾਂ ਕਹਿੰਦੇ ਇਹ ਨੈਰੋ ਕਨਸੈਪਟ ਹੈ ਡਿਵੈਲਪਮੈਂਟ ਤੋਂ, ਜਾਂ ਕਹਿੰਦੇ ਇਹ ਵਾਈਡਰ ਕਨਸੈਪਟ ਹੈ ਡਿਵੈਲਪਮੈਂਟ ਤੋਂ। ਮੁੱਕਦੀ ਗੱਲ ਨਵੇੜੋ। ਇੱਥੇ ਤੁਹਾਨੂੰ ਦੋ ਅੱਖਰਾਂ ਦੇ ਵਿੱਚ ਫਰਕ ਪੁੱਛਿਆ ਵੀ ਪਤਾ ਹੈ ਤਾਂ ਦੱਸ ਦੋ, ਨਹੀਂ ਪਤਾ ਤਾਂ ਦੱਸ ਦੋ। ਨਹੀਂ ਪਤਾ ਠੀਕ ਹੈ, ਪਰ ਮੈਂ ਦੱਸਦਾ ਵੀ ਗਰੋਥ ਐਂਡ ਡਿਵੈਲਪਮੈਂਟ ਹੈ ਕੀ। ਪਹਿਲੀ ਗੱਲ ਤਾਂ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਚਾਹੀਦਾ ਮੁਲਕ ਦੇ ਵਿੱਚ, ਗਰੋਥ ਚਾਹੀਦੀ ਹੈ ਕਿ ਡਿਵੈਲਪਮੈਂਟ ਚਾਹੀਦੀ ਹੈ? ਮੰਨ ਲਓ ਤੁਸੀਂ ਇੰਟਰਵਿਊ ਦੇ ਵਿੱਚ ਬੈਠੇ ਹੋ ਤਾਂ ਆਪਾਂ ਕਹਿਣਾ ਕਿ ਸਾਨੂੰ ਭਾਈ ਡਿਵੈਲਪਮੈਂਟ ਚਾਹੀਦੀ ਹੈ, ਬਸ ਇੰਨਾ ਮੇਰੇ ਹਿਸਾਬ ਨਾਲ ਪਤਾ ਲੱਗ ਗਿਆ ਹੋਊਗਾ ਵੀ ਜਿਹੜਾ ਗਰੋਥ ਹੈ, ਗਰੋਥ ਇੱਕ ਨੈਰੋ ਵਰਡ ਹੈ ਬੱਚੋ। ਨੈਰੋ, ਨੈਰੋ ਮਤਲਬ ਕਿ ਧਿਆਨ ਨਾਲ ਸੁਣਨਾ, ਇਹ ਇੱਕ ਸਿੰਗਲ ਡਾਇਮੈਂਸ਼ਨਲ ਕਨਸੈਪਟ ਹੈ, ਇਹ ਇੱਕ ਕੁਆਂਟੀਟੇਟਿਵ ਫੈਕਟਰ ਹੈ। ਇਹ ਜਸਟ ਇੱਕ ਨੰਬਰ ਦੱਸਦਾ ਹੈ ਕਿ ਫਲਾਣੇ ਮੁਲਕ ਦੀ ਕਿੰਨੀ ਗਰੋਥ ਹੋ ਗਈ। ਬਾੜ में जाए डेवलपमेंट, डेवलपमेंट मतलब विकास। सुखना विकास वर्ड ਤਾਂ ਆਪਣੇ ਦੇਸ਼ 'ਚ ਉਹੀ ਬੜਾ ਫੇਮਸ ਹੈ ਵੀ ਲੋਕ ਵਿਕਾਸ ਨੂੰ ਲੱਭਦੇ ਫਿਰਦੇ, ਵਿਕਾਸ ਕਿੱਥੇ ਹੈ? ਕਿਉਂਕਿ ਆਪਾਂ ਨੂੰ ਡਿਵੈਲਪਮੈਂਟ ਚਾਹੀਦੀ ਹੈ, ਆਪਾਂ ਨੂੰ ਗਰੋਥ ਨਹੀਂ ਚਾਹੀਦੀ। ਗਰੋਥ ਇੱਕ ਜਸਟ ਨੰਬਰ ਗੇਮ ਹੈ। ਇਹ ਦੱਸਦੇ ਆ ਵੀ ਇਸ ਮੁਲਕ ਦੀ ਇੰਨੇ % ਗਰੋਥ ਹੋ ਗਈ, ਬਟ ਉਹਦੇ ਨਾਲ ਇਹ ਨਹੀਂ ਹੋ ਸਕਦਾ ਵੀ ਕੀ ਇਸ ਮੁਲਕ ਦੀ ਡਿਵੈਲਪਮੈਂਟ ਵੀ ਹੋਈ ਹੈ। ਕੀ ਪਤਾ ਗਰੋਥ 2-4 ਬੰਦਿਆਂ ਦੀ ਹੋਈ ਹੋਵੇ ਤੇ ਬਾਕੀ ਮੁਲਕ ਦਾ ਬਾਂਦਰ ਆਪਾਂ ਕਹਿ ਦਈਏ ਵੀ ਡੰਡਾ ਹੋ ਗਿਆ ਹੋਵੇ, ਇਹ ਵੀ ਹੋ ਸਕਦਾ ਹੈ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿਣਾ ਵੀ ਆਪਾਂ ਨੂੰ ਭਾਈ ਡਿਵੈਲਪਮੈਂਟ ਦੀ ਲੋੜ ਹੈ। ਜਦੋਂ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਜਾਂ ਆਪਾਂ ਐਂ ਵੀ ਕਹਿ ਸਕਦੇ ਹਾਂ ਵੀ ਡਿਵੈਲਪਮੈਂਟ ਕੀ ਹੈ, ਵੱਡਾ ਕਨਸੈਪਟ ਹੈ, ਵਾਈਡਰ ਕਨਸੈਪਟ ਹੈ, ਜਾਂ ਆਪਾਂ ਕਹਿ ਦਿੰਦੇ ਹਾਂ ਇਹ ਇੱਕ ਮਲਟੀ ਡਾਇਮੈਂਸ਼ਨਲ ਕਨਸੈਪਟ ਹੈ। ਆਹ ਵਰਡ ਜ਼ਿਆਦਾ ਵਧੀਆ ਕਿਉਂਕਿ ਜਦੋਂ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤਾਂ ਗਰੋਥ ਆਟੋਮੈਟਿਕ ਇਹਦੇ ਵਿੱਚ ਆ ਜਾਣੀ ਹੈ, ਕਿਉਂਕਿ ਆਪਾਂ ਕੱਲੀ ਨੰਬਰ ਗੇਮ ਨਹੀਂ ਦੇਖਣੀ ਵੀ ਇੰਨੇ % ਗਰੋਥ। ਆਪਾਂ ਹਰ ਇੱਕ ਚੀਜ਼ ਦੇਖਣੀ ਹੈ, ਆਪਾਂ ਉਸ ਮੁਲਕ ਦਾ ਲਿਵਿੰਗ ਸਟੈਂਡਰਡ ਦੇਖਣਾ ਹੈ, ਆਪਾਂ ਐਜੂਕੇਸ਼ਨ ਸੈਕਟਰ ਦੇਖਣਾ ਹੈ, ਆਪਾਂ ਹੈਲਥ ਸੈਕਟਰ ਦੇਖਣਾ ਹੈ, ਇਸ ਮੁਲਕ ਦਾ ਇਨਫਰਾਸਟ੍ਰਕਚਰ ਦੇਖਣਾ ਹੈ। ਓਵਰ ਜਿਵੇਂ ਆਪਾਂ ਲਾਸਟ ਕਲਾਸ 'ਚ ਇੱਕ ਆਪਾਂ ਇੰਡੈਕਸ ਦੇਖਿਆ ਹਿਊਮਨ ਡਿਵੈਲਪਮੈਂਟ ਇੰਡੈਕਸ, ਨੋਟ ਕੀਤਾ? ਉੱਥੇ ਵੀ ਆਪਾਂ ਆਹੀ ਚੀਜ਼ ਕਰੀ ਹੈ। ਉੱਥੇ ਆਪਾਂ ਇਹ ਤਾਂ ਨਹੀਂ ਕਹਿੰਦੇ ਹਿਊਮਨ ਗਰੋਥ ਇੰਡੈਕਸ, ਉੱਥੇ ਵੀ ਡਿਵੈਲਪਮੈਂਟ ਇੰਡੈਕਸ ਹੀ ਆਉਂਦਾ। ਸੋ ਇਹਦਾ ਮਤਲਬ ਗਰੋਥ ਇੱਕ ਨੈਰੋ ਹੈ, ਇੱਕ ਵਾਈਡਰ ਹੈ। ਇੱਕ ਮਤਲਬ ਨੈਰੋ ਹੈ, ਇੱਕ ਸਿੰਗਲ ਡਾਇਮੈਂਸ਼ਨਲ ਹੈ, ਵਾਈਡਰ ਹੈ ਤੇ ਮਲਟੀ ਡਾਇਮੈਂਸ਼ਨਲ ਹੈ। ਠੀਕ ਹੈ ਨਾ? ਸੋ ਬੱਚੋ ਫਿਰ ਪਹਿਲੇ ਦਾ ਆਪਣਾ ਸਹੀ ਜਵਾਬ ਫਿਰ ਕੀ ਆਊਗਾ? ਪਹਿਲੇ ਦਾ ਫਿਰ ਸਹੀ ਜਵਾਬ ਆਪਾਂ ਨੂੰ ਪੁੱਛਿਆ ਕੀ ਹੈ? ਗਰੋਥ। ਕਹਿੰਦੇ ਇਕਨੋਮਿਕ ਗਰੋਥ ਕੀ ਹੈ? ਇਹ ਆਪਣਾ ਭਾਈ ਹੈਗਾ ਨੈਰੋਅਰ ਦੈਨ ਦ ਕਨਸੈਪਟ ਆਫ ਇਕਨੋਮਿਕ ਡਿਵੈਲਪਮੈਂਟ। ਠੀਕ ਹੈ? ਸੋ ਬਹੁਤ ਹੀ ਸਿਰੇ ਦਾ ਸਵਾਲ ਸੀ ਆਪਣਾ ਪਹਿਲਾ। ਕੁਐਸਚਨ ਨੰਬਰ ਦੂਜਾ ਬੜਾ ਹੀ ਅਖਬਾਰਾਂ ਦੇ ਵਿੱਚ ਆਉਂਦਾ, ਪਿਗੂ ਇਫੈਕਟ। ਕਹਿੰਦੇ ਪਿਗੂ ਇਫੈਕਟ ਵੀ ਇਜ਼ ਆਫਨ ਟਾਕ ਅਬਾਊਟ ਇਨ ਇਕਨੋਮਿਕਸ। ਅੱਜ ਜਿਹੜੇ ਇਕਨੋਮਿਕਸ ਦੇ ਕੁਐਸਚਨ ਜ਼ਿਆਦਾ ਹੈਗੇ ਨਾ, ਇਹ ਆਪਣਾ ਪਿਗੂ ਬਾਈ ਹੈ। ਜਦੋਂ ਵੀ ਆਪਾਂ ਇਕਨੋਮਿਕਸ 'ਚ ਕੋਈ ਆਪਾਂ ਕਿਸੇ ਕਰਵ ਦੀ ਗੱਲ ਕਰਦੇ ਹਾਂ, ਫਿਲਿਪ ਕਰਵ, ਲੈਫਰ ਕਰਵ, ਜਾਂ ਹੋਰ ਵੀ ਆਪਾਂ ਕੋਈ ਚੀਜ਼ ਪੜ੍ਹਦੇ ਹਾਂ ਜਾਂ ਕੋਈ ਥਿਊਰੀ ਪੜ੍ਹਦੇ ਹਾਂ ਵੀ ਜੌਨ ਮੇਨਾਰਡ ਕੀਨਸ ਨੇ ਕੀ ਕਿਹਾ, ਐਡਮ ਸਮਿਥ ਨੇ ਕੀ ਕਿਹਾ ਨਾ, ਬਹੁਤ ਪਰਸਨੈਲਿਟੀਆਂ ਪੜ੍ਹਦੇ ਹੁੰਦੇ ਆਪਾਂ। ਜੇ ਆਪਾਂ ਲਾਸਟ ਕਲਾਸ 'ਚ ਆਪਾਂ ਆਪਣੇ ਇੰਡੀਅਨ ਇਕਨੋਮਿਸਟ ਦੀ ਗੱਲ ਕਰੀਏ, ਅਮਰਤਿਆ ਸੇਨ ਦੀ ਗੱਲ ਕਰੀਏ, ਆਈ ਫਿਰ ਆਪਣਾ ਇੱਕ ਪਿੱਗੂ ਬਾਈ ਹੈ। ਸੋ ਪਿੱਗੂ ਬਾਈ ਨੇ ਇੱਕ ਇਫੈਕਟ ਦਿੱਤਾ, ਸਿੱਧੀ ਦੱਸਦਾ, ਕਹਿੰਦੇ ਦੱਸੋ ਫਿਰ ਪਿੱਗੂ ਬਾਈ ਨੇ ਕੀ ਕਿਹਾ? ਪਿੱਗੂ ਬਾਈ ਨੇ ਪਹਿਲੀ ਗੱਲ ਤਾਂ ਗੱਲ ਕਹੀ ਹੈ ਟੇਢੀ, ਇਹਨੇ ਗੱਲ ਕਰੀ ਹੈ ਪੁੱਠੀ, ਜਿਹੜੀ ਕਿ ਆਮ ਤੌਰ ਤੇ ਆਪਾਂ ਸਿੱਧਾ ਪੰਜਾਬੀ 'ਚ ਕਹਿਣਾ ਹੋਵੇ ਵੀ ਅਸਲ ਇਕਨੋਮਿਕਸ ਆਪਾਂ ਦੇਖੀਏ ਤਾਂ ਉਹ ਚੀਜ਼ ਇੰਪਲੀਮੈਂਟ ਨਹੀਂ ਹੁੰਦੀ। ਪਿੱਗੂ ਪਤਾ ਕੀ ਕਹਿੰਦਾ? ਪਿੱਗੂ ਨੇ ਬੜਾ ਮਤਲਬ ਦਿਮਾਗ 'ਚ ਤੂਫਾਨੀ ਖਿਆਲ ਲਿਆਂਦਾ। ਪਿੱਗੂ ਕਹਿੰਦਾ ਵੀ ਤੁਸੀਂ ਜਿਹੜੀ ਪ੍ਰਾਈਸ ਹੈ, ਕਹਿੰਦਾ ਪ੍ਰਾਈਸ ਘਟਾ ਦਿਓ ਚੀਜ਼ਾਂ ਦਾ, ਕਹਿੰਦਾ ਪ੍ਰਾਈਸ ਘਟਾ ਦਿਓ। ਪਿੱਗੂ ਕਹਿੰਦਾ ਇਹਦੇ ਨਾਲ ਕੀ ਹੋ ਜੂ? ਕਹਿੰਦਾ ਜਦੋਂ ਤੁਸੀਂ ਪ੍ਰਾਈਸ ਘਟਾਤਾ, ਕਹਿੰਦਾ ਫਿਰ ਜਿਹੜਾ ਲੋਕਾਂ ਦੇ ਕੋਲ ਪੈਸਾ ਹੈ ਉਹਦੀ ਕੀਮਤ ਵੱਧ ਜੂ। ਬੜਾ ਤੂਫਾਨੀ ਸੋਚਿਆ। ਕਹਿੰਦੇ ਫਿਰ ਕਹਿੰਦੇ ਉਹਦੀ ਕੀਮਤ ਵੱਧ ਜੂਗੀ, ਕਹਿੰਦਾ ਫਿਰ ਉਹ ਜ਼ਿਆਦਾ ਮਾਰਕੀਟ 'ਚ ਸ਼ਾਪਿੰਗ ਕਰੂਗਾ, ਕਹਿੰਦਾ ਉਹ ਫਿਰ ਡਿਮਾਂਡ ਚੱਕ ਦੂਗਾ ਵੀ ਹੁਣ ਤਾਂ ਮੈਂ ਆਹ ਵੀ ਲੈਣਾ, ਆਹ ਵੀ ਲੈਣਾ। ਉਹ ਕਹਿੰਦੇ ਫਿਰ ਉਹ ਕਹਿੰਦੇ ਜਦੋਂ ਡਿਮਾਂਡ ਚੱਕਤੀ, ਕਹਿੰਦਾ ਫਿਰ ਆਟੋਮੈਟਿਕ ਪ੍ਰੋਡਕਸ਼ਨ ਵਧੂਗੀ। ਕਹਿੰਦੇ ਫਿਰ ਕਹਿੰਦੇ ਜਦੋਂ ਪ੍ਰੋਡਕਸ਼ਨ ਵਧੂਗੀ, ਕਹਿੰਦੇ ਫਿਰ ਜ਼ਿਆਦਾ ਰੁਜ਼ਗਾਰ ਪੈਦਾ ਹੋਊਗਾ। ਕਿੱਥੇ ਲੈ ਗਿਆ ਪਤਾ, ਸਿਰੇ ਲਾ ਗਿਆ ਜਮਾ। ਮਤਲਬ ਇਹਨੇ ਗੱਲ ਕੀਤੀ ਹੈ, ਮੁੱਕਦੀ ਗੱਲ ਨਵੇੜੋ ਜੀ, ਡਿਫਲੇਸ਼ਨ ਦੀ। ਡਿਫਲੇਸ਼ਨ ਦੀ ਗੱਲ ਕਰੀ ਹੈ ਕਿ ਕਿਸੇ ਵੀ ਇਕਨੋਮਿਕਸ ਦੇ ਵਿੱਚ ਆਪਾਂ ਇਸ ਵਰਡ ਨੂੰ ਸਪੋਰਟ ਕਰਦੇ ਹਾਂ। ਹਾਂ, ਆਪਾਂ ਸਪੋਰਟ ਕਰਦੇ ਹਾਂ ਇਨਫਲੇਸ਼ਨ ਨੂੰ। ਇਨਫਲੇਸ਼ਨ ਬਹੁਤ ਵੱਡਾ ਕਨਸੈਪਟ ਹੈ। ਇਹ ਆਪਾਂ ਤੁਹਾਨੂੰ ਇਕਨੋਮਿਕਸ ਦੇ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾ ਚੈਪਟਰ ਆਪਾਂ ਕੀਤਾ ਹੀ ਇਹ ਹੋਇਆ, ਜਿੱਥੇ ਆਪਾਂ ਸਾਰਾ ਇਨਫਲੇਸ਼ਨ ਦੇਖਿਆ, ਡਿਫਲੇਸ਼ਨ ਦੇਖਿਆ, ਡਿਸਇਨਫਲੇਸ਼ਨ, ਸਟੈਗਫਲੇਸ਼ਨ, ਸਾਰਾ ਕੁਝ ਹੀ ਪ੍ਰੋਪਰ ਤਰੀਕੇ ਨਾਲ ਆਪਾਂ ਕਵਰ ਕੀਤਾ ਹੋਇਆ। ਤਾਂ ਹੀ ਕਹਿਣਾ ਵੀ ਕੰਟੈਂਟ ਏ ਕਲਾਸ ਤਰੀਕੇ ਨਾਲ ਜ਼ਰੂਰ ਦੇਖਣਾ ਆਪਣਾ, ਜਿਹੜਾ ਆਪਣਾ ਰਿਕਾਰਡਡ ਵਾਲਾ, ਤੇ ਇੱਥੇ ਆਪਣਾ ਸਾਰੀ ਕੀ ਹੈ ਪ੍ਰੋਪਰ ਆਪਣੀ ਕੀ ਹੈ ਰਿਵੀਜ਼ਨ ਹੁੰਦੀ ਜਾਂਦੀ ਹੈ। ਸੋ ਕੁੱਲ ਮਿਲਾ ਕੇ ਪਿੱਗੂ ਇਫੈਕਟ ਨੇ ਡਿਫਲੇਸ਼ਨ ਦੀ ਗੱਲ ਕਰੀ ਹੈ, ਤੇ ਡਿਫਲੇਸ਼ਨ ਫਿਰ ਕੀ ਹੈ? ਆ ਆਪਣਾ ਬੀ ਆਂਸਰ ਆ ਗਿਆ।
ਇੱਥੇ ਕੋਈ ਟੈਕਸ ਦਾ ਚੱਕਰ ਨਹੀਂ ਹੈਗਾ। ਆ ਦੇਖੋ ਫॉल इन प्राइस ਲੈਵਲ ਇਨਕਰੀਜ਼ ਦਾ ਰੀਅਲ ਵੈਲਿਊ ਆਫ ਪੀਪਲਸ ਮਨੀ, ਆਹੀ ਆਪਣਾ ਪਿੱਗੂ ਕਹਿੰਦੇ। ਇੱਥੇ ਕੋਈ ਰਿਲੇਸ਼ਨਸ਼ਿਪ ਬਿਟਵੀਨ ਐਫੀਸ਼ੀਐਂਸੀ ਆਫ ਆਰਗੇਨਾਈਜੇਸ਼ਨ ਤੇ EMPLOYEES ਦੀ ਕੋਈ ਚੱਕਰ ਵਾਲੀ ਗੱਲ ਨਹੀਂ, ਕੋਈ ਟੈਕਸ ਵਾਲਾ ਚੱਕਰ ਨਹੀਂ। ਬਸ ਪਿੱਗੂ ਨੇ ਸਿੱਧਾ ਯਾਦ ਰੱਖੋ ਵੀ ਡਿਫਲੇਸ਼ਨ, ਕਿਉਂਕਿ ਇਨਫਲੇਸ਼ਨ ਜ਼ਰੂਰੀ ਹੁੰਦਾ ਮਾਰਕੀਟ ਦੇ ਵਿੱਚ। ਇੱਕ ਇਨਫਲੇਸ਼ਨ ਇੱਕ ਗਰੀਸ ਦਾ ਕੰਮ ਕਰਦਾ, ਗਰੀਸ ਦਾ। ਆਪਾਂ ਇੱਕ ਲੈਣ ਨਹੀਂ ਬੋਲਦੇ ਹੁੰਦੇ ਵੀ ਇਨਫਲੇਸ਼ਨ ਜਿਹੜਾ ਆਪਣੀ ਇਕਨੋਮਿਕਸ ਦਾ ਆਪਣਾ ਪਹੀਆ ਹੁੰਦਾ, ਚੱਕਾ ਹੁੰਦਾ, ਉਹ ਸਮੂਥ ਤਰੀਕੇ ਨਾਲ ਚੱਲਦਾ ਹੈ ਤੇ ਥੋੜਾ ਥੋੜਾ ਗਰੀਸ ਮਿਲਦਾ ਰਹੇ, ਤੇ ਉਸ ਗਰੀਸ ਨੂੰ ਫਿਰ ਆਪਾਂ ਕੀ ਕਹਿੰਦੇ ਆ, ਇਨਫਲੇਸ਼ਨ ਕਹਿੰਦੇ ਆ। ਇਨਫਲੇਸ਼ਨ ਜ਼ਰੂਰੀ ਹੈ, ਬਟ ਆਏ ਨਹੀਂ ਵੀ ਕੋਈ ਚੀਜ਼ ਅੱਜ 10 ਰੁਪਏ ਦੀ ਹੈ ਕੱਲ ਨੂੰ 100 ਦੀ ਹੋ ਜੇ। ਇਹੋ ਜਿਹੀ ਇਨਫਲੇਸ਼ਨ ਵੀ ਨਹੀਂ ਆਪਾਂ ਨੂੰ ਚਾਹੀਦੀ ਵੀ ਅੱਜ ਮੰਨ ਲਓ ਆਪਣਾ ਸਿਲੰਡਰ 800 ਦਾ ਤੇ ਕੱਲ ਨੂੰ 1300 ਦਾ ਹੋ ਜੇ। ਇਹ ਫਿਰ ਪਹੀਆ ਆਪਣਾ ਕੀ ਹੈ, ਗੱਡੀ ਤੋਂ ਵੀ ਪਹੀਆ ਪਰ ਮਤਲਬ ਕੀ ਹੈ, ਲੈ ਕੇ ਮਤਲਬ ਖੇਤ 'ਚ ਵੀ ਜਾ ਵੜਦਾ ਹੁੰਦਾ। ਇਹੋ ਜਿਹਾ ਗਰੀਸ ਲਾਵਾਂਗੇ ਆਪਾਂ। ਸੋ ਕੁੱਲ ਮਿਲਾ ਕੇ ਯਾਦ ਰੱਖਣਾ। ਸੋ ਓਵਰਆਲ ਮੇਰੇ ਹਿਸਾਬ ਨਾਲ ਬੱਚੋ ਤੁਸੀਂ ਇਹ ਦੂਜਾ ਪੁਆਇੰਟ ਆਪਣਾ ਸਮਝ ਗਏ ਹੋਵੋਗੇ। ਤੇ ਕੁਐਸਚਨ ਨੰਬਰ 3 ਪੇਸ਼ ਕਰਨ ਜਾ ਰਹੇ ਹਾਂ। ਕਹਿੰਦੇ ਇੱਕ ਕਿਤਾਬ ਹੈ द ओरिजिन ऑफ कॉन्टिनेंट एंड ओशियन, कहते एक किने पब्लिश की है, हैरी हेस ने की है। बहुत थावां ते बंदा सुनिया होगा, बट सही जवाब बच्चों फिर तुहानू मिल गया होगा, बिकॉज सही जवाब किहड़ा है, एल्फ्रेड वैगनर। एल्फ्रेड वैगनर अगेन वो बंदा है जिवें पिग्गू दे दिमाग च तूफानी ख्याल आया सी, असली तूफानी ख्याल तां फिर एल्फ्रेड वैगनर दे दिमाग च आया सी। ਇਹ ਕਹਿੰਦਾ ਜਿਹੜਾ ਕਹਿੰਦਾ ਤੁਸੀਂ ਅੱਜ ਦੁਨੀਆ ਦੇ ਵਿੱਚ ਇਹ 7 ਕੌਂਟੀਨੈਂਟ, ਜਿਹੜੇ ਕਹਿੰਦਾ ਤੁਸੀਂ ਵਰਲਡ 'ਚ 7 ਕੌਂਟੀਨੈਂਟ ਪੜ੍ਹ ਰਹੇ ਹੋ ਤੇ 5 ਓਸ਼ੀਅਨਸ ਪੜ੍ਹ ਰਹੇ ਹੋ ਅੱਜ, ਕਹਿੰਦਾ ਵੀਰ ਜੀ ਕਹਿੰਦਾ ਕਿਸੇ ਸਮੇਂ ਕਹਿੰਦਾ ਇਹ ਦੋਨੇ ਇੱਕ ਇੱਕ ਸੀ। ਚੱਕ ਲਓ, ਜਿਵੇਂ ਮੰਨ ਲਓ ਆ ਆਪਣੀ ਸਾਰੀ ਬੱਚੋ ਧਰਤੀ ਹੈ, ਆ ਕਹਿੰਦਾ ਬਸ ਆਪਣਾ ਸਾਰਾ ਲੈਂਡ ਹੋ ਗਿਆ ਤੇ ਆਸੇ ਪਾਸੇ ਕਹਿੰਦਾ ਬਸ ਪਾਣੀ ਹੋ ਗਿਆ। ਬਸ ਕਹਿੰਦਾ ਇੱਕੋ ਹੀ ਸੁਪਰ ਕੌਂਟੀਨੈਂਟ ਹੈ ਤੇ ਕਹਿੰਦਾ ਇੱਕੋ ਹੀ ਸੁਪਰ ਓਸ਼ੀਅਨ ਹੈ। ਫਿਰ ਕਹਿੰਦਾ ਹੌਲੀ ਹੌਲੀ ਇੱਥੇ ਫੋਰਸਾਂ ਲੱਗਣਗੀਆਂ, ਫਿਰ ਕਹਿੰਦਾ ਇਹ ਟੁੱਟਣਗੇ, ਕਹਿੰਦਾ ਤਾਂ ਕਿਤੇ ਜਾ ਕੇ ਅੱਜ ਹੌਲੀ ਹੌਲੀ 7 ਕੌਂਟੀਨੈਂਟ ਤੇ 5 ਓਸ਼ਨ ਬਣੀ ਹੈ। ਅਗੇਨ ਇਹ ਸਾਰੀ ਥਿਊਰੀ ਮੈਂ ਉਸਨੂੰ ਪੜਾਉਣਾ ਹੁੰਦਾ ਬੱਚੋ, ਕਿਉਂਕਿ ਜਿਹੜਾ ਇਹਨੇ ਸਾਰਾ ਇਹ ਸੁਪਰ ਕੌਂਟੀਨੈਂਟ ਕਿਹਾ ਹੈ, ਇਹ ਕਹਿੰਦਾ ਇੱਕੋ ਹੀ ਲੈਂਡ ਮਾਸ ਹੈ। ਇਹਨੂੰ ਬੋਲਦੇ ਆਪਾਂ ਪੈਂਜੀਆ। ਕੀ ਬੋਲਦੇ ਆਪਾਂ ਜਿਹੜੀ ਭੈਣ ਜੀ ਕਹਿੰਦੇ ਉਹ ਨਹੀਂ ਹੈਗਾ, ਇਹ ਭੈਣ ਜੀ ਹੈ। ਜਿਹੜਾ ਫਿਰ ਬੱਚੋ ਇੱਕੋ ਹੀ ਸੁਪਰ ਓਸ਼ਨ ਹੈ, ਉਹਨੂੰ ਭਾਈ ਫਿਰ ਆਪਣੇ ਐਲਫਰਡ ਵੈਗਨਰ ਨੇ ਕੀ ਕਿਹਾ ਸੀ, ਪੈਂਥਾਲਾਸਾ। ਕਿਆ ਬੋਲਾ ਸੀ ਇਹਨੇ, ਪੈਂਥਾਲਾਸਾ ਤੇ ਪੈਂਜੀਆ। ਫਿਰ ਕਹਿੰਦਾ ਹੌਲੀ 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 ਕਹਿੰਦਾ ਪੈਂਜੀਆ ਤੇ ਫੋਰਸਾਂ ਲੱਗਣਗੀਆਂ। ਫਿਰ ਕਹਿੰਦਾ ਪੈਂਜੀਆ 2 ਹਿੱਸਿਆਂ ਦੇ ਵਿੱਚ ਟੁੱਟ ਗਿਆ। ਇੱਕ ਹਿੱਸੇ ਨੂੰ ਤਾਂ ਕਹਿੰਦੇ ਜੀ ਆਪਾਂ ਬੋਲਾਂਗੇ ਅੰਗਾਰਾ ਲੈਂਡ, ਇੱਕ ਹਿੱਸੇ ਨੂੰ ਆਪਾਂ ਕੀ ਬੋਲਾਂਗੇ, ਅੰਗਾਰਾ ਲੈਂਡ, ਤੇ ਇੱਕ ਹਿੱਸੇ ਨੂੰ ਭਾਈ ਜੀ ਆਪਾਂ ਕੀ ਬੋਲਾਂਗੇ, ਗੋਂਦਵਾਨਾ ਲੈਂਡ। ਇੱਕ ਆਪਣਾ ਕਿਹੜਾ ਅੰਗਾਰਾ ਲੈਂਡ, ਦੂਜਾ ਬੱਚਾ ਆਪਣਾ ਕਿਹੜਾ ਗੋਂਦਵਾਨਾ ਲੈਂਡ। ਜਿਹੜਾ ਅੰਗਾਰਾ ਲੈਂਡ ਹੈ ਅੱਗੇ ਫਿਰ ਇਹ 3 ਕੌਂਟੀਨੈਂਟ ਬਣ ਜਾਣਗੇ, ਜਿਵੇਂ ਨਾਰਥ ਅਮਰੀਕਾ, ਫਿਰ ਉੱਪਰ ਯੂਰਪ, ਫਿਰ ਆਪਣਾ ਏਸ਼ੀਆ। ਜਿਹੜਾ ਆਪਣਾ ਗੋਂਦਵਾਨਾ ਹੈ ਇਹ ਕਹਿੰਦਾ ਥੱਲੇ ਆਪਣਾ ਸਾਊਥ ਅਮਰੀਕਾ, ਅਫਰੀਕਾ, ਆਸਟ੍ਰੇਲੀਆ ਤੇ ਅੰਟਾਰਕਟਿਕਾ। ਸੋ ਓਵਰਆਲ ਇਸ ਬੰਦੇ ਨੇ ਪੂਰਾ ਸਿਰਾ ਲਾਇਆ ਹੈ। ਇਸ ਕਿਤਾਬ ਦਾ ਭਾਈ ਨਾਮ ਯਾਦ ਰੱਖਣਾ ਹੈ, ਇਹ ਕਿਹਦੀ ਹੈ, ਐਲਫਰੈਡ ਵੈਗਨਰ ਦੀ। ਇਹ ਸਾਰੀ ਥਿਊਰੀ ਨੂੰ ਆਪਾਂ ਕੀ ਬੋਲਦੇ ਹਾਂ, ਕਈ ਵਾਰ ਪੇਪਰ ਵਾਲਾ ਜਮੀ ਗੇਮ ਪਾ ਜਾਂਦਾ, ਉਹ ਸਿੱਧਾ ਪਾ ਜਾਂਦਾ ਵੀ ਇਹ ਥਿਊਰੀ ਕਿਹਨੇ ਦਿੱਤੀ ਹੈ। ਇਹਨੂੰ ਆਪਾਂ ਬੋਲਦੇ ਹਾਂ ਕੌਂਟੀਨੈਂਟਲ ਡ੍ਰਿਫਟ ਥਿਊਰੀ। ਇਸ ਬੰਦੇ ਨੇ ਫਿਰ ਕੀ ਦਿੱਤਾ, ਤਾਂ ਆਪਾਂ ਯਾਦ ਰੱਖਣਾ ਕੌਂਟੀਨੈਂਟਲ ਡ੍ਰਿਫਟ ਥਿਊਰੀ, ਕੌਂਟੀਨੈਂਟਲ ਡ੍ਰਿਫਟ ਥਿਊਰੀ। ਸਮਝ ਗਏ। ਸੋ ਇਹ ਚੀਜ਼ ਆਪਾਂ ਰੱਖਣੀ ਹੈ ਯਾਦ। ਚਲੋ ਕੁਐਸਚਨ ਨੰਬਰ 4 ਕਹਿੰਦੇ ਯੂਨਿਟ ਦੱਸੋ ਡਿਸਟੈਂਸ ਦਾ। ਕਿਆ ਕੁਐਸਚਨ ਹੈ ਇਹ, ਯੂਨਿਟਾਂ ਵਾਲੇ ਸਵਾਲ ਬਹੁਤ ਜ਼ਿਆਦਾ ਪੁੱਛਦੇ ਆ ਪੰਜਾਬ ਵਾਲੇ। ਕਹਿੰਦੇ ਯੂਨਿਟ ਦੱਸੋ, ਕਹਿੰਦੇ ਡਿਸਟੈਂਸ ਦਾ ਜਿਹੜਾ ਆਪਾਂ ਯੂਜ਼ ਕਰਦੇ ਆ ਬਿਟਵੀਨ ਦ ਸਟਾਰਸ ਨੂੰ ਮੇਜਰ ਕਰਨ ਦੇ ਲਈ, ਬਿਟਵੀਨ ਦ ਸਟਾਰਸ। ਇਹ ਤਾਂ ਫਿਰ ਇਹਦਾ ਮਤਲਬ ਗੱਲ ਯੂਨੀਵਰਸ ਦੀ ਕਰ ਰਹੇ ਆ ਵੀਰ ਜੀ, ਇਹ ਗੱਲ ਕਰ ਰਹੇ ਯੂਨੀਵਰਸ ਦੀ। ਰੰਗ ਜਿਹਾ ਨਾ ਵਿੱਚ ਹੀ ਰਲੀ ਜਾਂਦਾ, ਇਹਨੂੰ ਆਪਾਂ ਕਰਦੇ ਆ ਬਲੂ ਕਰ ਲੈਂਦੇ, ਕਿਉਂਕਿ ਜੇ ਇਹਨੇ ਕਿਹਾ ਬਿਟਵੀਨ ਦ ਸਟਾਰਸ, ਕਿਹਾ ਬਿਟਵੀਨ ਦ ਸਟਾਰਸ, ਕਿਉਂਕਿ ਆਪਣੇ ਸੋਲਰ ਸਿਸਟਮ ਦਾ ਤਾਂ ਫਿਰ ਇੱਕੋ ਹੀ ਸਟਾਰ ਹੈ ਸਨ, ਇਹ ਤਾਂ ਬਿਟਵੀਨ ਦਾ ਸਟਾਰ ਕਹਿ ਰਹੇ ਹੈ। ਇਹਦਾ ਮਤਲਬ ਗੱਲ ਯੂਨੀਵਰਸ ਦੀ ਹੋ ਰਹੀ ਹੈ। ਤੇ ਯੂਨੀਵਰਸ ਫਿਰ ਆਪਾਂ ਡਿਸਟੈਂਸ ਦੇ ਲਈ ਕਿਹੜਾ ਯੂਨਿਟ ਯੂਜ਼ ਕਰਦੇ ਆ ਬੱਚੋ, ਸਟੈਲਰ, ਕਾਸਮਿਕ, ਗੈਲੈਕਟਿਕ। ਬਾਲਾ ਨਾ ਦਿਮਾਗ ਨੂੰ ਲੜਾਉਣ ਦੀ ਕੋਸ਼ਿਸ਼ ਨਾ ਕਰਿਓ, ਪਰ ਜਿਹੜਾ ਚੁੱਪ ਕਰਕੇ ਸਭ ਤੋਂ ਜ਼ਿਆਦਾ ਅੱਜ ਤੱਕ ਸੁਣਿਆ ਉਹ ਭੜਕਾ ਦਿਓ। ਐਵੇਂ ਨਾ ਸਟੈਲਰ ਸਟੂਲਰ ਦੇ ਚੱਕਰ 'ਚ ਪੈ ਜਾਓ, ਉਹਦੇ ਸੈਲ ਡਾਊਨ ਕਰਕੇ ਬਹਿ ਜਾਓਗੇ ਆਪਦੇ। ਆਂਸਰ ਆਊਗਾ ਲਾਈਟ ਈਅਰ। ਆਂਸਰ ਕੀ ਆਊਗਾ,
ਲਾਈਟ ਈਅਰ। क्या बात है। ਪਹਿਲੀ ਗੱਲ ਤਾਂ ਯੂਨਿਟ ਤੁਸੀਂ ਕਹੋਗੇ ਸਰ ਜੀ ਕਿਲੋਮੀਟਰ ਕਿਉਂ ਨਹੀਂ ਵਰਤਦੇ, ਵੀ ਸਾਡੇ ਪਿੰਡ ਤਾਂ ਕਿਲੋਮੀਟਰ ਵਰਤਦੇ ਹੈ, ਵੀ ਸਾਤੋਂ ਪੁੱਛੋ 15 ਕਿਲੋਮੀਟਰ ਹੈ, ਗਾਹਾਂ ਰਾਮਪੁਰਾ 30 ਕਿਲੋਮੀਟਰ ਹੈ, ਬਰਨਾਲਾ 45 ਹੈ, ਐਂ ਕਰਦੇ ਕਰਦੇ 60 ਕਿਲੋਮੀਟਰ। ਐਂ ਆਪਾਂ ਕਿਲੋਮੀਟਰ ਤਾਂ ਆਪਦੇ ਪਿੰਡਾਂ ਵਾਸਤੇ ਵਰਤਦੇ ਹਾਂ। ਜਦੋਂ ਆਪਾਂ ਗੱਲ ਯੂਨੀਵਰਸ ਦੀ ਕਰਦੇ ਹਾਂ ਨਾ, ਉੱਥੇ ਕਿਲੋਮੀਟਰ ਨਹੀਂ ਚੱਲਦੇ, ਉੱਥੇ ਤਾਂ ਕਿਲੋਮੀਟਰਾਂ ਦੀ ਮੈਂ ਕਹਿੰਦਾ ਗਿਣਤ ਹੋਈ ਮੁੱਕ ਜੇ। ਹੁਣ ਤੁਹਾਨੂੰ ਦੱਸਦਾ ਇੱਕ ਮੈਂ ਉਦਾਹਰਨ ਦਿੰਦਾ ਕਿਵੇਂ। ਲਾਈਟ ਈਅਰ ਕੀ ਹੁੰਦਾ? ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਲਾਈਟ ਈਅਰ ਇੱਕ ਡਿਸਟੈਂਸ ਨੂੰ ਮਾਪਣ ਦਾ ਇੱਕ ਯੂਨਿਟ ਹੈ। ਇਹ ਕੀ ਹੈ? ਲਾਈਟ। ਲਾਈਟ ਕੀ? ਲਾਈਟ ਇਹ ਕਹਿੰਦੇ ਲਾਈਟ ਜਿਹੜੀ ਸਪੀਡ ਹੈ, ਤੁਹਾਨੂੰ ਪਤਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਪੀਡ ਕਿਹਦੀ ਹੈ? ਇਹ ਹੈਗੀ ਆ ਆਪਣੀ ਲਾਈਟ। ਫਿਰ ਲਿਖਣ ਜਾ ਰਿਹਾ ਕਿੰਨੀ ਹੈ? 3 ਲੱਖ ਕਿਲੋਮੀਟਰ ਪਰ ਸਕਿੰਟ। मतलब सेकंड हो गया। तो लाइट कितनी दूर गई? 3 ਲੱਖ किलोमीटर दूर चली गई। इन्नी एक सेकंड दी है। फिर एक साल दे विच लाइट कितनी ट्रैवल करूगी? साल च कितने दिन है? 365 दिन, 24 घंटे है, 60 मिनट है, 60 सेकंड है। कितनी ट्रैवल कर दी है? 3 ਲੱਖ किलोमीटर पर सेकंड की स्पीड ते कर लो। ये तो 9.410 की पावर 12 किलोमीटर बन जाता है। सो लाइट एक साल दे विच कितनी ट्रैवल करती है? उन्होंने बोलते आप 1 लाइट ईयर। ते इस तो पता ही नहीं कितने किलोमीटर हो जाते हैं। ते जदों आप यूनीवर्स की गल करते हैं ना, उत्थे फिर आप गाहां गल करते हैं मिलियन लाइट ईयरस। मिलियन लाइट ईयर तो थल्ले तो गल ही नहीं हुंदी जोग्राफी दे विच भी फलाना स्टार फलाने स्टार तो कितनी दूर है। वो कह दिंदे आ जी 5 मिलियन लाइट ईयर। चक लो आ की होए 5 मिलियन लाइट ईयर। किहड़े किलोमीटर भालदे हो? हुण 5 मिलियन, पहली गल तां 1 मिलियन 10 ਲੱਖ हुंदे आ। 50 ਲੱਖ लाइट ईयर, गाहां 1 लाइट ईयर इन्ना हुंदा है। कढ लो किलोमीटर कित्थों कढ लोगे। ਤਾਂ ਕਹਿ ਦਿੰਦੇ ਹੁੰਦੇ ਆ ਵੀ ਯੂਨੀਵਰਸ ਦੇ ਸਿਸਟਮ ਦੇ ਵਿੱਚ ਆਪਾਂ ਵਰਤਦੇ ਹਾਂ ਲਾਈਟ ਈਅਰ। ਉੱਥੇ ਭਾਈ ਕਿਲੋਮੀਟਰ ਨਹੀਂ ਵਰਤੇ ਜਾਂਦੇ। ਸਮਝ ਗਏ? ਵੈਰੀ ਗੁੱਡ ਜੇ ਸਮਝ ਗਏ ਤਾਂ ਲਓ ਫਿਰ ਥੋੜਾ ਬਹੁਤ ਫਿਰ ਹਿਸਟਰੀ ਦਾ ਤੜਕਾ ਵੀ ਹੋ ਜਾਏ। ਕਹਿੰਦੇ ਚਹਿਲਗਣੀ, ਤੁਰਕਾਨ ਇਹ ਚਹਿਲਗਣੀ। ਮੈਂ ਸੌਖਾ ਕਰ ਦਿੰਦਾ, ਇਸੇ ਨੂੰ ਬੱਚੋ ਆਪਾਂ ਚਾਲੀਸਾ ਕਹਿੰਦੇ ਆ। ਕਹਿੰਦੇ ਆਪਣੇ ਦੇਸ਼ ਦੇ ਵਿੱਚ ਚਾਲੀਸਾ ਕਿਹਨੇ ਇੰਟਰੋਡਿਊਸ ਕੀਤੀ ਹੈ? ਉਸੇ ਨੇ ਕੀਤੀ ਹੈ ਭਾਈ ਸਾਹਿਬ ਜਿਹਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਵੀ ਉਹ ਡੁੱਬਦਾ ਦੇਸ਼ ਕਿਵੇਂ ਚਲਾਵੇ। 5 ਸਾਲਾਂ ਦੇ ਵਿੱਚ ਪਿਓ ਪੁੱਤਾਂ ਨੇ ਮੁਲਕ ਦਾ ਜਮਾ ਨਾਸ ਮਾਰਤਾ ਸੀ। ਜਿਹੜਾ ਆਪਣੇ ਸਲੇਵ ਡਾਇਨੈਸਟੀ ਗੁਲਾਮ ਵੰਸ਼ ਦਾ ਮੋਢੀ ਸੀ, ਆ ਗਿਆ ਕੁਛ ਯਾਦ? ਕੁਤਬੁਦੀਨ ਐਬਕ। ਉਦੋਂ ਬਾਅਦ ਆਰਾਮ ਸ਼ਾਹ। ਦੋਨੇ ਪਿਓ ਪੁੱਤਾਂ ਨੇ ਸਿਸਟਮ ਢਾਂਚਾ ਜਮਾ ਕਰਤਾ ਭੰਬੜਾ ਪੂ। ਡੁੱਬਦਾ ਦੇਸ਼ ਫਿਰ ਚਲਾਉਣਾ ਸੀ ਆਪਣੇ ਕਿਹਨੇ? ਇਲਤੁਤਮਿਸ਼। ਇਲਤੁਤਮਿਸ਼। ਵੈਸੇ ਮੈਨੂੰ ਸਿੱਧਾ ਇਲਤੁਤਮਿਸ਼ ਹੀ ਕਹਿ ਦਿੰਦਾ ਹੁੰਦਾ, ਬੜਾ ਔਖਾ ਹੋਣ ਦੀ ਕੀ ਲੋੜ ਆਪਾਂ ਨੂੰ, ਹਨਾ। ਇਹ ਸਭ ਤੋਂ ਵੱਧ ਸਮੇਂ ਵਾਸਤੇ ਰਾਜ ਕਰਦਾ ਹੈ 1210 ਤੋਂ ਲੈ ਕੇ 1236। ਇਹ ਉਹੀ ਇਲਤੁਤਮਿਸ਼ ਹੈ ਜਿਹੜਾ ਚਾਲੀਸਾ ਵੀ ਲੈ ਕੇ ਆਊਗਾ ਤੇ ਆਪਣੇ ਦੇਸ਼ ਦੇ ਵਿੱਚ ਇਕਤਾਸ ਵੀ ਲੈ ਕੇ ਆਊਗਾ। ਦੋਨੇ ਚੀਜ਼ਾਂ ਹੀ ਆਪਾਂ ਪੜ੍ਹੀਆਂ ਹੋਈਆਂ, ਇਕਤਾਸ ਤੇ ਚਾਲੀਸਾ। ਇਹ ਉਹੀ ਇਲਤੁਤਮਿਸ਼ ਹੈ ਜਿਹਨੂੰ ਲੈ ਕੇ ਪੂਰੀ ਡਾਕੂਮੈਂਟਰੀ ਬਣੀ ਸੀ। ਇਹ ਉਹੀ ਸੁਲਤਾਨ ਹੈ ਦਿੱਲੀ ਦਾ ਜਿਹੜਾ ਆਪਦੀ ਗੰਦੀ ਲਾਤ ਤੋਂ ਬਹੁਤ ਦੁਖੀ ਸੀ। ਇਹ ਉਹੀ ਇਲਤੁਤਮਿਸ਼ ਹੈ ਜਿਹਨੇ ਪਹਿਲੀ ਵਾਰ ਡਾਇਲੋਗ ਮਾਰਿਆ ਸੀ, ਗੰਦੀ ਲਾਦ ਮਜ਼ਾ ਨਾ ਸਕ। ਇਹਨੂੰ ਇੰਨਾ ਪਤਾ ਲੱਗ ਗਿਆ ਸੀ ਮੇਰੇ ਮੁੰਡੇ ਮੇਰੀਆਂ ਲਾਦਾਂ ਐਡੀਆਂ ਨਕਮੀਆਂ, ਕਿਸੇ ਨੇ ਮੇਰੇ ਵਾਸਤੇ ਕਬਰ ਵੀ ਨਹੀਂ ਪੱਟਣੀ। ਇਹ ਜਿਉਂਦੇ ਜੀ ਆਪਦੀ ਕਬਰ ਆਪ ਪੱਟ ਕੇ ਆਇਆ। ਇਹੋ ਜਿਹਾ ਸੁਲਤਾਨ ਵੀ ਪੜ੍ਹਿਆ ਸੀ ਆਪਾਂ। ਇਹਨੂੰ ਸਲੇਵ ਆਫ ਦਾ ਸਲੇਵਸ ਵੀ ਕਹਿੰਦੀ ਹੈ, ਕਿਉਂਕਿ ਆਪਾਂ ਨੂੰ ਤੁਹਾਨੂੰ ਪਤਾ ਹੀ ਸਟੋਰੀ ਇਹਦੇ ਪਿੱਛੇ ਕਿਹੜੀ ਹੁੰਦੀ ਹੈ। ਇਹ ਆਪਣਾ ਸਲੇਵ ਆਫ ਦਾ ਸਲੇਵਸ ਵੀ ਹੈ। ਕੀ ਬਾਤ ਹੈ। ਇਹ ਸਾਰੇ ਹੀ ਪੁਆਇੰਟ ਆਪਾਂ ਮੇਨਲੀ ਕਵਰ ਕਰਦੇ ਹੁੰਦੇ ਹਾਂ। ਤੇ ਕੁੱਲ ਮਿਲਾ ਕੇ ਫਿਰ ਇਹਨੂੰ ਫਾਦਰ ਕਿਹਾ ਜਾਂਦਾ ਹੈ, ਟੌਂਬ ਬਿਲਡਿੰਗ ਦਾ ਫਾਦਰ। ਇਹਨੇ ਆਪਦੀ ਕਬਰ ਆਪ ਪੱਟੀ ਹੈ। ਤੇ ਸੁਣਿਆ ਜਦੋਂ ਜ਼ਿੰਦਗੀ ਕਿਸੇ ਬੰਦੇ ਮਰਨ ਨੂੰ ਜੀ ਕਰਿਆ ਹੋਵੇ ਜਾਂ ਆਪਦੇ ਜਿਉਂਦੇ ਜੀ ਉਹਨੇ ਮੌਤ ਦੀ ਤਿਆਰੀ ਕਰੀ ਹੋਵੇ, ਪੈਲਸ ਬੁੱਕ ਤੱਕ ਦੇ ਆਪਾਂ ਕਰਾਉਣੇ ਹੁੰਦੇ ਪ੍ਰੋਗਰਾਮਾਂ ਦਾ, ਵੀ ਭਈ ਅੰਗੇਜਮੈਂਟ ਹੋਣੀ ਹੈ, ਵਿਆਹ ਹੋਣਾ, ਜਾਂ ਕੋਈ ਹੋਟਲ ਹਾਟਲ ਬੁੱਕ ਕਰਾ ਲਿਆ, ਜਾਂ ਕਿਤੇ ਪਾਰਟੀ ਸ਼ਾਰਟੀ ਵਾਸਤੇ ਵੀ ਬਰਥਡੇ ਪਾਰਟੀ ਹੈ, ਇਹੋ ਜਿਹੀ ਤਿਆਰੀ ਤਾਂ ਆਪਾਂ ਸੁਣਦੇ ਹਾਂ। ਕਿਤੇ ਐਂ ਸੁਣਿਆ ਵੀ ਆ ਜਾ ਆਪਾਂ ਤੈਨੂੰ ਪਹਿਲਾਂ BCV ਦਿਖਾ ਲਿਆ ਕਿ ਤੇਰੀ ਪਹਿਲਾਂ ਆਪਾਂ ਕਬਰ ਪੱਟਿਆ ਅੱਗੇ ਤੇਰੀ, ਉਹ ਆਪ ਲੰਮਾ ਪੈ ਕੇ ਮਿਹਨਤੀ ਕਰਾ ਕੇ ਪਟਾ ਕੇ ਆਇਆ ਹੋਵੇ ਕਿ ਤੂੰ ਨਾ ਮੇਰੀ ਲੱਤ ਲੁੱਤ ਪੈਰ ਪੂਰ ਬਾਹਰ ਰਹਿ ਜੇ। ਇਹੋ ਜਿਹੀਆਂ ਹਰਕਤਾਂ ਨਹੀਂ ਹੁੰਦੀਆਂ। ਪਰ ਇਲਤੁਤਮਿਸ਼ ਬੱਚੋ ਆਪਦੀ ਇੱਕ ਬਲਬਨ ਆ ਗਿਆ ਤਾਂ ਬਲਬਨ
ਉਹੀ ਹੈ ਜਿਹਨੂੰ ਆਪਾਂ ਖਾਨ ਆਫ ਦਾ ਵਰਲਡ ਕਹਿੰਦੇ ਆ, ਜਿਹਨੂੰ ਆਪਾਂ ਪ੍ਰੀਮੀਅਰ ਖਾਨ ਕਹਿੰਦੇ ਆ। ਫਿਰ ਆ ਗਿਆ ਆਪਣਾ ਸਭ ਤੋਂ ਖੌਫਨਾਕ ਬੰਦਾ ਅਲਾਉਦੀਨ ਖਿਲਜੀ, 1296 ਤੋਂ ਲੈ ਕੇ 1316, ਪਹਿਲਾ ਸੁਲਤਾਨ ਦਿੱਲੀ ਦਾ, ਜਿਹੜੇ ਬੰਦੇ ਨੇ ਪੱਕੀ ਪਰਮਾਨੈਂਟ ਆਰਮੀ ਰੱਖੀ ਹੈ। ਇਹ ਮਾਰਕੀਟ ਕੰਟਰੋਲ ਤੇ ਮਿਲਟਰੀ ਰਿਫਾਰਮ ਦੇ ਲਈ ਵਰਲਡ ਕਲਾਸ ਬੰਦਾ ਹੈ। ਕਿਆ ਆਲੀਸ਼ਾਨ ਤਰੀਕੇ ਨਾਲ ਪੜ੍ਹਿਆ। ਚੌਥਾ ਵਾਲਾ ਘੈਂਟ ਆ ਓਏ, ਕੈਕੂਬਾਦ। ਕੈਕੂਬਾਦ ਉਹੀ ਹੈ, ਸ਼ੌਂਕ ਤਾਂ ਇੱਕ ਮਾੜਾ ਵੇ ਤੂੰ ਤਾਂ ਦੋ ਦੋ ਲਾਈ ਫਿਰਦਾ, ਕਿਉਂਕਿ ਇਹ ਬਲਬਨ ਦਾ ਪੋਤਾ ਸੀ ਤੇ ਬਲਬਨ ਡਿਪਰੈਸ਼ਨ ਸੀ ਆਪਦੇ ਆਖਰੀ ਦਿਨਾਂ ਦੇ ਵਿੱਚ, ਕਿਉਂਕਿ ਇਹਦੇ ਵੱਡੇ ਮੁੰਡੇ ਦੀ ਮੌਤ ਹੋ ਗਈ ਸੀ ਤੇ ਜਿਹੜੇ ਦੀ ਮੌਤ ਹੋਈ ਹੈ ਉਹਦਾ ਮੁੰਡਾ ਕੈਕੂਬਾਦ ਹੈ, ਇਹ ਤਾਂ ਪੋਤਾ ਹੋ ਗਿਆ ਬਲਬਨ ਦਾ। ਇਹ ਮੈਨੂੰ ਪਤਾ ਜਿਹੜੇ ਤੁਸੀਂ ਕੌੜ ਕੌੜ ਕੇ ਝਾਕੀ ਜਾਂਦੇ ਹੋ, ਤੁਹਾਡੀ ਪ੍ਰੋਪਰ ਰਿਵੀਜ਼ਨ ਨਹੀਂ ਹੋਣੀ। ਜਿਨ੍ਹਾਂ ਬੱਚਿਆਂ ਨੇ ਪ੍ਰੋਪਰ ਰਿਵੀਜ਼ਨ ਕਰ ਰੱਖੀ ਹੈ ਉਹਨੂੰ ਪਤਾ ਲੱਗ ਰਿਹਾ ਹੋਊਗਾ ਵੀ ਕਿਆ ਬਾਤ ਹੈ। ਚਾਰੇ ਬੰਦੇ ਸੁਣੇ ਹੋਏ ਹੈ ਤੇ ਚਾਲੀਸਾ ਭਾਈ ਇਲਤਮਿਸ਼ ਲੈ ਕੇ ਆਇਆ। ਇਹਦੇ ਨਾਲ ਹੀ ਕੁਐਸਚਨ ਚੇਂਜ ਕਰਨ ਜਾ ਰਹੇ ਹਾਂ। ਇਦੋਂ ਪਹਿਲਾਂ ਤੁਸੀਂ ਮੋਬਾਈਲ ਵਿੱਚ ਦੀ ਮੇਰੇ ਕੋਲ ਚਲਾ ਕੇ ਮਾਰੋ। ਕਹਿੰਦੇ ਇਹਦੇ ਵਿੱਚੋਂ ਕਿਹੜਾ ਹੈ, ਅੱਛਾ ਬਲਬਨ ਹੀ ਆ ਗਿਆ। ਕਹਿੰਦੇ ਇਹਦੇ ਵਿੱਚੋਂ ਕਹਿੰਦੇ ਬਲਬਨ ਦੱਸੋ ਫਿਰ ਕਿਹੜੀ ਚੀਜ਼ ਨਹੀਂ ਲੈ ਕੇ ਆਇਆ। ਕਿਆ ਬਾਤ ਹੈ। ਨੌਰੋਜ਼ ਬੱਚੋ, ਇਸ ਨੂੰ ਪਤਾ ਬਲਬਨ ਲੈ ਕੇ ਆਇਆ ਹੈ, ਜਿਹਨੂੰ ਆਪਾਂ ਕੀ ਕਹਿੰਦੇ ਆ, ਜਿਹਨੂੰ ਆਪਾਂ ਕਹਿੰਦੇ ਆ ਪਰਸ਼ੀਅਨ ਨਿਊ ਈਅਰ। ਜਿਹਨੂੰ ਆਪਾਂ ਕੀ ਕਹਿੰਦੇ ਆ ਪਰਸ਼ੀਅਨ ਨਿਊ ਈਅਰ। ਜ਼ਰੋਖਾ ਦਰਸ਼ਨ ਨੋ, ਤੇ ਇਹੀ ਆਪਾਂ ਦੱਸਣਾ ਨੋਟ, ਕਿਉਂਕਿ ਇਹ ਅਕਬਰ ਲੈ ਕੇ ਆਇਆ ਸੀ ਬੱਚੋ ਜ਼ਰੋਖਾ। ਵੀ ਜ਼ਰੋਖੇ ਵਿੱਚ ਦੀ ਦਰਸ਼ਨ ਦਿੰਦੇ ਆ ਵਿੰਡੋ, ਵੀ ਬਾਰੀ ਵਿੱਚ ਦੀ ਬਾਲਕੋਨੀ ਵਿੱਚ ਦਰਸ਼ਨ ਦਿੰਦਾ ਸੀ ਇਹ। ਫੇਸ ਟੂ ਫੇਸ ਕਮਿਊਨੀਕੇਸ਼ਨ ਕਰਨੀ ਹੈ ਪਬਲਿਕ ਦੇ ਨਾਲ, ਸਕੂਲ ਕਿਤੇ ਗਿਆ ਨਹੀਂ, ਫੇਸ ਟੂ ਫੇਸ ਕਮਿਊਨੀਕੇਸ਼ਨ ਕਰਨੀ ਹੈ। ਕਿਹਨੇ? ਅਕਬਰ ਬਾਦਸ਼ਾਹ ਨੇ। ਵੀ ਮਤਲਬ ਬਾਰੀ ਵਿੱਚ ਦੀ ਮੂੰਹ ਦਿਖਾਉਣਾ ਹੁੰਦਾ ਸੀਗਾ, ਤੇ ਬਾਰੀ ਖੋਲੀ ਤੇ ਮੂੰਹ ਦਿਖਾ ਕੇ ਫਿਰ ਵੜ ਗਿਆ। ਆ ਇਹਨਾਂ ਦੀ ਫੇਸ ਟੂ ਫੇਸ ਕਮਿਊਨੀਕੇਸ਼ਨ ਹੁੰਦੀ ਸੀ। ਆ ਫਿਰ ਆਪਣਾ ਸਿਜਦਾ ਆ ਗਿਆ ਤੇ ਪਾਈਬੋਸ ਆ ਗਿਆ। ਇਹ ਫਿਰ ਆਪਣਾ ਬਲਬਨ ਹੀ ਹੈ, ਕਿਉਂਕਿ ਬਲਬਨ ਦੀ ਧਮਕੀ ਵੱਖਰੀ ਸੀ ਯਾਰ। ਮੇਰੇ ਕਮੈਂਟ ਯਾਦ ਆ ਗਿਆ, ਇੱਕ ਬੱਚੇ ਨੇ ਬੜਾ ਮਜ਼ਾਕ ਕੀਤਾ ਸੀ, ਕਹਿੰਦੇ ਸਰ ਜੀ ਜਿਹੜਾ ਤੁਸੀਂ ਕਲਾਸ 'ਚ ਕਿਹਾ ਵੀ ਬਲਬਨ ਨੇ ਸਾਰਿਆਂ ਦੇ ਦੰਦ ਕੱਢ ਕੇ ਲਿਫਾਫੇ 'ਚ ਪਾਤੇ, ਕਹਿੰਦੇ ਇਹ ਵੀ ਯਾਦ ਕਰਨੇ। ਉਹ ਇਹੋ ਜਿਹੀਆਂ ਸ਼ਰਾਰਤਾਂ ਵੀ ਸਾਨੂੰ ਆਉਣ ਲੱਗ ਗਈਆਂ ਹੁਣ। ਜਦੋਂ ਹਿਸਟਰੀ ਆਪਾਂ ਸਾਰੀ ਪੜ੍ਹ ਲੈਂਦੇ ਹਾਂ ਤੇ ਸ਼ਰਾਰਤਾਂ ਫਿਰ ਭਾਈ ਯਾਦ ਆਉਂਦੀਆਂ ਹੀ ਹੈ, ਕਿਉਂਕਿ ਸਿਜਦਾ ਪਾਈਬੋਸ ਇਹ ਕਰਨ ਲਾਤੇ ਸੀ ਫਿਰ ਕਿਹੜੇ? ਚਾਲੀਸਾ ਵਾਲੇ। ਸੱਚ ਹਾਂ, ਸਿਰੇ ਦਾ ਪੁਆਇੰਟ ਯਾਦ ਆ ਗਿਆ ਬੱਚਾ ਪਾਰਟੀ, ਬਹੁਤ ਧਿਆਨ ਨਾਲ ਸੁਣਨਾ ਹੈ। ਚਾਲੀਸਾ ਚਹਿਲਗਨੀ ਜਿਹਨੂੰ ਬੋਲਦੇ ਆ ਆਪਾਂ, ਇਹ ਕੌਣ ਲੈ ਕੇ ਆਇਆ? ਤਾਂ ਆਪਾਂ ਟਿਕ ਲਾਵਾਂਗੇ ਇਲਤੁਤਮਿਸ਼। ਜੇ ਪੁੱਛਿਆ ਇਹ ਖਤਮ ਕਿਹਨੇ ਕੀਤੀ ਹੈ ਤਾਂ ਆਪਾਂ ਟਿਕ ਲੈ ਕੇ ਆਵਾਂਗੇ ਬਲਬਨ। तो बलबन ने चालीसा को खत्म कर दिया। ਕਾਰਨ ਸਾਰੇ ਆਪਾਂ ਦੇਖੇ ਸੀਗੇ, ਕਿਉਂਕਿ ਚਾਲੀਸਾ ਆਪਦੇ ਆਪ ਨੂੰ ਕੁਝ ਜ਼ਿਆਦਾ ਹੀ ਸਮਝ ਪੈ ਗਈ ਇਹਨੂੰ। ਐ ਸੁਲਤਾਨ ਤਾਂ ਉਹੀ ਤੁਰਿਆ ਫਿਰਦਾ ਜੱਬਲ, ਤੇ ਸਾਰੀ ਪਾਵਰ ਆਪਣੇ ਕੋਲ ਹੀ ਹੋਣੀ ਚਾਹੀਦੀ ਹੈ। ਤੇ ਆਪਾਂ ਨੂੰ ਇਹ ਵੀ ਪਤਾ ਹੈ ਵੀ ਬਲਬਨ ਨੇ ਫਿਰ ਕਿਹੜੇ ਹਿਸਾਬ ਨਾਲ ਇੱਕ ਥਿਊਰੀ ਦਿੱਤੀ ਸੀ, ਨਿਆਬਤ ਤੇ ਖੁਦਾਈ ਜਲ ਇਲਾਹੀ। ਕਹਿੰਦਾ ਰੱਬ ਦਾ ਪਰਛਾਵਾਂ ਹੁੰਦਾ ਇਸ ਧਰਤੀ ਤੇ ਸੁਲਤਾਨ। ਤੇ ਚਾਲੀਸਾ ਦੀ ਕੀ ਪਾਵਰ ਹੈ? ਮਾਰ ਦਿਆ ਗੱਲਾਂ। ਸੋ ਸਾਰੇ ਪੁਆਇੰਟ ਬੱਚੇ ਆਪਾਂ ਯਾਦ ਰੱਖਣੇ। ਜ਼ਰੋਖਾ ਦਰਸ਼ਨ ਇੱਕ ਵਧੀਆ ਨਵਾਂ ਪੁਆਇੰਟ ਆ ਗਿਆ ਮੇਰੇ ਹਿਸਾਬ ਨਾਲ। ਇਹ ਪੁੱਛ ਸਕਦੇ ਵੀ ਕੀ ਲੈ ਕੇ ਆਉਂਦਾ ਸੀ? ਇਹ ਅਕਬਰ ਨੇ ਲੈ ਕੇ ਆਉਂਦਾ ਸੀ। ਇਹ ਕਨਸੈਪਟ ਵੈਸੇ ਸੀ ਤਾਂ ਹਮਾਯੂੰ ਦਾ, ਬਟ ਹਮਾਯੂੰ ਬੜਾ ਚੱਲਿਆ ਚੁੱਲਿਆ ਜਾਣੀ ਇਹ ਇੱਥੇ ਹਿੱਟ ਹੋ ਗਿਆ ਤਾਂ ਬਸ ਇਸ ਦੀ ਬਣਾਤਾ ਵੀ ਅਕਬਰ ਦਾ ਹੀ ਹੈ। ਚਲੋ ਫਿਰ ਕੁਐਸਚਨ ਨੰਬਰ ਆਪਣਾ ਆ ਗਿਆ ਭਾਈ 7ਵਾਂ। ਇਹ ਕਹਿੰਦੇ ਵੀ ਇੰਟਰਨੈਸ਼ਨਲ 올림픽 ਕਮੇਟੀ ਵਾਲੇ ਨਾ ਇੱਕ ਕਹਿੰਦੇ ਅਵਾਰਡ ਦਿੰਦੇ ਆ ਐਥਲੀਟਾਂ ਨੂੰ, ਜਿਹੜਾ ਕਹਿੰਦੇ ਵੀ ਚੰਗੀ ਖੇਡ ਭਾਵਨਾ ਦਿਖਾਉਂਦਾ ਹੈ 올림픽 ਦੇ ਵਿੱਚ। ਆਪਾਂ ਕਹਿੰਦੇ ਖਿਡਾਰੀ ਨੂੰ ਚੰਗੀ ਖੇਡ ਭਾਵਨਾ ਦਿਖਾਉਣੀ ਚਾਹੀਦੀ, ਤੇ ਉਹ ਹਾਰ ਜਿੱਤ ਤਾਂ ਹੋਣੀ ਹੋਣੀ ਹੈ। ਖੇਡਾਂ 'ਚ ਪਾਰਟੀਸਪੇਟ ਕਰਨੀ ਬਹੁਤ ਵੱਡੀ ਗੱਲ ਹੁੰਦੀ ਹੈ। ਲੱਖਾਂ ਲੋਕਾਂ ਸਾਹਮਣੇ ਖੇਡਣਾ, ਹਜ਼ਾਰਾਂ ਲੋਕਾਂ ਸਾਹਮਣੇ ਮੈਦਾਨ 'ਚ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਉਹ ਵੀ 올림픽, ਮੈਂ ਕਹਿੰਦਾ ਯਾਰ 올림픽 ਗੇਮਾਂ ਦੇ ਵਿੱਚ ਜਾਣੀ ਵੱਡੀ ਗੱਲ ਹੈ। ਤੋ ਖੇਡ ਭਾਵਨਾ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਤੁਸੀਂ ਐਂ ਦੱਸੋ ਵੀ 올림픽 ਦਾ ਫਾਦਰ ਕਿਹਨੂੰ ਕਹਿੰਦੇ ਆ? ਯਾਦ ਰੱਖਣ ਦਾ ਤਰੀਕਾ ਇਹੀ ਹੈ। ਕਿਤੇ ਹੋਰ ਹੀ ਬੇਕੜਾ ਬੇਜਾ ਆਪਸ਼ਨ ਦਿੱਤੇ ਪਏ ਆ, ਇਹੋ ਜਿਹੇ ਆਪਸ਼ਨ ਨਾ ਪੜ੍ਹ ਕੇ ਬਲੱਡ ਵਧਾ ਲਿਓ, ਚੁੱਪ ਕਰਕੇ ਟਿਕ ਲਾ ਦਿਓ। ਆਨਸਰ ਆਊਗਾ ਬੀ। ਦੱਸਦਾ ਕਿਉਂ? ਕਿਉਂਕਿ ਇੰਨਾ ਤਾਂ ਮਾੜਾ ਮੋਟਾ ਢੱਕਣ ਦਿਮਾਗ 'ਚ ਖੋਲ ਕੇ ਬੈਠੋਗੇ। ਪ੍ਰੋਪਰ 올림픽 ਤੇ ਸੁਖਣਾ 2 ਕਲਾਸਾਂ ਲਾਈਆਂ ਯਾਰ, ਮਾੜੀ ਮੋਟੀ ਗੱਲ ਹੈ। ਆਪਾਂ ਫਾਦਰ ਆਫ 올림픽ਸ ਬੱਚੋ ਕਿਹਨੂੰ ਕਹਿੰਦੇ ਆ? ਪੀਰੀ ਡੀ ਕੁਬਰਟੀਨ ਨੂੰ ਕਹਿੰਦੇ ਆ। ਫਿਰ ਜਿਹਦੇ ਨਾਮ ਤੇ ਆਪਾਂ ਕਹਿ ਦਈਏ ਵੀ ਗੇਮਾਂ ਚਲਾਈਆਂ, ਜਿਹਨੂੰ ਪਿਤਾਮਾ ਕਹਿੰਦੇ ਆ, ਫਾਦਰ ਕਹਿੰਦੇ ਆ, ਪਰ ਮੈਡਲ ਉਸੇ ਦੇ ਨਾਮ ਤੇ ਹੋਊਗਾ। ਹੁਣ ਆ ਕੈਪਾ ਕੂਪਾ ਜਾਂ ਆਪਣਾ ਕਰਾਊਸ ਮੈਡਲ ਜਾਂ ਜਾਰਜ ਬਾਕਸ ਮੈਡਲ ਤਾਂ ਆਪਾਂ ਕੀ ਕਰਾਉਣਾ? ਫਾਦਰ ਤਾਂ ਉਹ ਹੈ। ਤੇ ਪਹਿਲੀਆਂ 올림픽 ਗੇਮਾਂ ਫਿਰ ਬੱਚੋ ਤੁਹਾਨੂੰ ਪਤਾ ਹੀ ਹੈ 1896
ਕਿੱਥੇ ਹੋਈਆਂ ਸੀਗੀਆਂ? ਐਥਨਸ ਦੇ ਵਿੱਚ। ਪੂਰੀ ਫੁੱਲ ਫਲੈਜ ਕਲਾਸ ਆਪਣੀ ਲੱਗੀ ਹੋਈ ਹੈ। ਸਭ ਤੋਂ ਵੱਧ ਕਿੱਥੇ ਹੋਈਆਂ? 3 ਵਾਰੀ ਕਿਹੜੇ ਸ਼ਹਿਰ 'ਚ ਹੋਈਆਂ? ਇਹ केडी यादव पहला हिंदुस्तानी जिन्हें इंडिविजुअल मैडल जितया। हॉकी की पूरी गल करिए, पहला आखिरी गोल्ड सिल्वर अभिनव बिंद्रा, नीरज चोपड़ा 2 इकलौते इंडिविजुअल गोल्ड मैडलिस्ट। बड़ी वधिया आपां चर्चा की हुई है। ओलंपिक जिहड़ा फ्लैग है वो कदों अडॉप्ट किया? ओलंपिक की मिसाल का की मतलब है? बड़ी गल की है, जिहड़ा अपने ओलंपिक का बच्चों सिंबल है, जिन्होंने आप कहने लोगो, वो तुहानूं पता ही है, वो 5 कलर होंगे, ब्लैक, ब्लू, येलो, है ना, रैड, ये सारे आप ग्रीन, ये भी आप सारे देखते होंगे। तो कुल मिला के याद रखियो, जिहड़ा अपने ओलंपिक का मोटो है, सच मोटो दसो मैनूं की है ओलंपिक का? मोटो वाला जबरदस्त सीगा। CTS LTS याद है? CTS LTS फॉर्टियस। पहली गल सोचते होंगे भी यार अंग्रेजी तो पहले नहीं आती, बहुत तपाउंदी है, दुखी करती है, आ तो सुखना कि अखर पढ़े ही नहीं। CTS LTS फॉर्टियस ते क्यों नहीं पढ़े? क्योंकि ये लैटिन भाषा के वर्ड है। ਇਹਦਾ मतलब अंग्रेजी च की हुंदा, जिवें आपां कह दईए फास्टर, हायर, स्ट्रोंगर, फास्टर, हायर, स्ट्रोंगर। हुण आपां कह दिंदे अंग्रेजी दे विच ये लैटिन भाषा के वर्ड है CTS LTS ते फॉर्टियस। सो पीरीडी कुबर्टिन बच्चों फादर ऑफ ओलंपिक गेम्स कहा जाता है। ये पॉइंट भी याद रख लियो। मोटो की गल करिए, एक मोटो फिर अपना होर आ गया, एशियन गेम्स का मोटो। ਇਹਦਾ मोटो कुछ ज्यादा इंपॉर्टेंट है, क्योंकि ਜਿਹੜਾ ਇਹਦਾ मोटो आ ना, पहली गल तो मोटो किहड़ा है? कहना गेमां विरजी सदा बहार चलदियां रहणगियां, एवर ऑनवर्ड। ते ये मोटो दिता किने सी? अपने इंडियन ने, गुरु दत्त सौंधी साहब ने। तो ये कीमती पॉइंट आपां याद रखना है। एवर ऑनवर्ड बच्चों, ये मोटो है एशियन गेम्स का। ते एशियन गेमां पहली बार कदों होईयां बच्चों? ये सारे साल आपां याद करने 1951 दे विच। उदों भी काम इतिहासिक हो गया, क्योंकि पहलियां एशियन गेमां अपने देश दे विच होईयां। आपां पिछले 2 क्लासां दे विच सारियां गेमां ही देख लईयां। कॉमनवैल्थ पहली बार 1930 हैमिल्टन कनेडा दे विच, ओलंपिक 1896, एशियन गेमां 1951। सब तो वर्ल्ड दीयां वड्डियां गेमां किहड़ियां? ओलंपिक्स। दूजे नंबर ते किहड़ियां? एशियन गेमां। ते एशियन गेमां कल्लियां 51 च नहीं, 1982 दे विच भी अपने इंडिया दे विच ही होईयां सी, दिल्ली दे विच। क्या बात है! ये 1982 दीयां ओही गेमां है जदों एशियन गेमां ने की इंट्रोड्यूस करता सी बच्चों? मैस्कॉट लॉन्च करता सी। हुण अजकल जदों भी एशियन गेम हुंदी है, ये तां पहलां मैस्कॉट लॉन्च कीता जांदा है। मैस्कॉट दा मतलब हुंदा इक लकी सिंबल। जिवें 1982 च गेमां सी दिल्ली, इत्थे मैस्कॉट सीगा अप्पू, हाथी सीगा। अप्पू मतलब अपना एलीफेंट नूं कहंदे अपने अप्पू, नां नहीं धर लैंदे हुंदे। जिवें आपां नैशनल पार्क च वाइट टाइगर की गल करते हुंदे हैं, मोहन वाले दी, वो चीज़ है। अप्पू पहला मैस्कॉट सी एशियन गेमां दा 1982 दे विच। 1951 च पहली बार हुई है। गुरु दत्त सौंधी ने अपना मोटो दिता है एवर ऑनवर्ड, हैडिंग टू द टॉप। किते होर ऑप्शन वाल ना हैड कर लियो, नहीं तो बिच ही फ्लो हो जाएगा, मुड़ के झाकी जाओ घरे आके भी सारी गेम ही खराब हो गई। समझ गए? बाकी मैं फिर आखी इन्ना ओलंपिक हो गया जां स्पोर्ट्स का सैक्शन तो तुहानूं पूरा मतलब ए क्लास तरीके ना कराया। स्पोर्ट्स का तो मैं कहना सवाल ही नहीं पैदा होंदा यार कि सवाल बाहर जा वड़े। कल परसों एक पेपर हो के हटिया, कल ही अपना वो भी स्पोर्ट्स का क्वेश्चन आ गया, सीधा डायरैक्ट सीगा फ्रेंच ओपन का पूछा गया सी भी किहड़े महीने च हुंदा है। हुण आपां तां पूरा वधिया टॉप क्लास तरीके नाल देखिया, लैणों वार आपां चार्ट बनाया किहड़ा अपना किहड़े कोर्ट च खेडिया जांदा है। बड़ी सिंपल जी गल है। सो तां कहना मैं बहुत ही तुहानूं ईजी लगन लग जूगा। लो भी मुंडिओ नवां सवाल, ते जिन्हां नूं वाकई ये सवाल नवीं लगदी है, वधिया लगदी है, मैं हर एक सैशन दे विच कहना हुंदा, स्पैशल कहना भी 9वें क्वेश्चन ते जाके हैं, क्योंकि 9वें क्वेश्चन तक मैनूं पता फिर कोई विरला योद्धा ही पहुंचदा है। आम तौर पर सारे हथियार पहले दूजे तीजे चौथे क्वेश्चन बच्चा पार्टी सट जाती है, बट जो बच्चा 9वें सैशन से अपना 9वां सैशन रखिए 9वें सवाल से जो बच्चा पहुंच गया, उन्हें अपने इस वीडियो से रिगार्डिंग कमेंट जरूर करना है भी ये सैशनस किवें है। उहदे नाल की हुंदा है, हौसला अफजाई जी हो जाती है भी मतलब
ਇੱਕ ਹਿਸਾਬ ਨਾਲ ਵੀ ਇਹਨਾਂ ਸੈਸ਼ਨ ਸੀ, ਸਮਝ ਲਓ ਫੀਸ ਹੈ, ਇਹਦੀ ਫੀਸ ਕੀ ਹੈ, ਹਰ ਇੱਕ ਬੱਚੇ ਨੇ ਕਮੈਂਟ ਕਰਨਾ। ਹਾਂ ਚੰਗਾ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ, ਠੀਕ ਹੈ ਨਾ। ਚਲੋ ਫਿਰ ਕਹਿੰਦੇ ਕਿਹੜਾ ਆਰਟੀਕਲ ਅਡਾਪਟ ਕੀਤਾ ਕਨਸਟੀਟਿਊਐਂਟ ਅਸੈਂਬਲੀ। ਤੁਹਾਨੂੰ ਪਤਾ ਹੀ ਹੈ ਬੱਚੋ, ਇਹਨੂੰ ਆਪਾਂ ਸ਼ਾਰਟ ਚ ਬੋਲਦੇ ਹਾਂ ਸੀਏ, ਤੇ ਇਹ ਸੀਏ ਨੇ ਕੀ ਕਰਿਆ, ਆਪਣਾ ਸੰਵਿਧਾਨ ਲਿਖਿਆ, ਆਪਣਾ ਸੰਵਿਧਾਨ ਬਣਾਇਆ। ਤੇ ਕਹਿੰਦੇ ਕਿਹੜਾ ਆਰਟੀਕਲ ਅਡਾਪਟ ਕੀਤਾ ਸੀ, ਮਹਾਤਮਾ ਗਾਂਧੀ ਕੀ ਜੈ ਦੇ ਨਾਰਿਆਂ ਦੇ ਨਾਲ। ਕਿਹੜਾ ਸੀ ਬੱਚੋ, ਉਹੀ ਆਰਟੀਕਲ ਹੈ ਜਿਹਨੂੰ ਲੈ ਕੇ ਮੈਂ ਤੁਹਾਨੂੰ ਬਹੁਤ ਤੁਹਾਨੂੰ ਮੈਂ ਇੱਕ ਹਿਸਾਬ ਨਾਲ ਅਵੇਅਰ ਕਰਦਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਇਹ ਗੱਲ ਅਸੂਲ ਬਣਾ ਲਓ ਵੀ ਕਿਸੇ ਨੂੰ ਕਦੇ ਵੀ ਮੰਦਾ ਚੰਗਾ ਨਹੀਂ ਬੋਲੀਦਾ ਹੁੰਦਾ, ਪੁੱਠਾ ਸਿੱਧਾ ਨਹੀਂ ਬੋਲੀਦਾ ਹੁੰਦਾ, ਜ਼ਿੰਦਗੀ ਦੇ ਵਿੱਚ ਕਿਸੇ ਵੀ ਬੰਦੇ ਦਾ ਸੈਂਟੀਮੈਂਟ ਹਰਟ ਨਹੀਂ ਕਰਦੇ ਹੁੰਦੇ। ਇਹ ਸਾਰਾ ਕੁਝ ਨੂੰ ਮੈਂ ਕਿੱਥੇ ਪੜਾਇਆ ਸੀ, ਨਾਲੇ ਤੁਹਾਨੂੰ ਮੈਂ ਸਪੈਸ਼ਲ ਇਹ ਵੀ ਦੱਸਿਆ ਵੀ ਇਹ ਬਹੁਤ ਵੱਡਾ ਅਪਰਾਧ ਹੈ। ਇਹ ਕੇਵਲ ਆਪ ਨਹੀਂ, ਆਪਦੇ ਘਰੇ ਵੀ ਜਾਣਕਾਰੀ ਦੇਣੀ ਹੈ ਵੀ ਕੋਈ ਪੁੱਠਾ ਸਿੱਧਾ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਹੈ। ਆਪਾਂ ਗੱਲ ਕਰਦੇ ਹੁੰਦੇ ਆ ਜਦੋਂ ਆਪਾਂ ਆਰਟੀਕਲ ਨੰਬਰ 17 ਪੜ੍ਹਦੇ ਹੁੰਦੇ ਆ, ਜਿਹ 'ਚ ਆਪਾਂ ਕਹਿ ਦਿੰਦੇ ਹੁੰਦੇ ਆ ਵੀ ਇਹ ਚੀਜ਼ ਆਪਣੇ ਮੁਲਕ ਦੇ ਵਿੱਚੋਂ ਖਤਮ ਕਰ ਦਿੱਤੀ ਗਈ ਹੈ, ਜਿਹਨੂੰ ਬੋਲਦੇ ਆ ਆਪਾਂ ਅਨਟੱਚੇਬਿਲਟੀ। तो फाइनली फिर बड़े लंबे टाइम बाद फंडामेंटल राइट्स का क्वेश्चन किया ਆਪਾਂ, क्योंकि अनटचेबिलिटी बच्चों ये एक बहुत बड़ा अपराध है। ये अपराध है, जे तुसी इस चीज च फस गए तो ਤੁਹਾਨੂੰ फिर नीमा होके राजीनामा करना पਊ। ये अगला ਤੁਹਾਨੂੰ सारी उम्र कोर्ट ਦੇ ਚੱਕਰਾਂ 'ਚ ਘੜੀਸੀ ਫਿਰੂਗਾ, ਮੁੜ ਕੇ ਤੁਹਾਡਾ ਟੈਂਪੂ ਹੋ ਜਾਣਾ ਟੇਢਾ ਵੀ ਕਿੱਥੇ ਵੰਝ ਕੱਢਿਆ ਤਾਂ ਕਹਿਣਾ ਸਿਆਣੇ ਬਣੀਦਾ ਹੁੰਦਾ। बस नीवा होके आपदे काम ते जाओ ते नीवे होके बस आपदे काम तो मुड़े आओ, किसी नाल कोई पुट्ठा सीधा बोलण दी लोड़ नहीं, क्योंकि ये बहुत बड़ा अपराध है। ये एक एक्ट पास किया गया सीगा, अनटचेबिलिटी ऑफेंस एक्ट 1955 दा। ये पेपर वाला पूछ सकदा, ऑफेंस अपराध है, तुसी अपराधी मन्ने जाओगे जेकर तुसी किसी बंदे सेंटीमेंट हर्ट करदे हो। जाति सूचक अखर खास करके जे तुसी वरतदे हो, थोड़ी गंदी आदत है, चाहे तुसी दोस्तां मित्रां दे नाल ही क्यों ना वरतदे होगे, क्योंकि ये आदत बन जाती है कि किसी ना किसी चीज़ ते प्लेटफॉर्म ते तुसी ऑटोमैटिक ही जो आदत हुंदी है वो बाहर निकलदी है। जिहड़ा अनटचेबिलिटी बच्चों ऑफेंस एक्ट है ना, इसे दा नाम चेंज कर दिता गया सी प्रोटेक्शन ऑफ सिविल राइट एक्ट। प्रोटेक्शन ऑफ सिविल राइट एक्ट 1973 ਦੇ ਵਿੱਚ। तो कुल मिला के याद रखियो, बाकी आर्टिकल ही पढ़े हुए आपां। इक्वालिटी वाले आर्टिकल 45 दसो किहड़ा होए, ਜਿਹੜੇ ਬੱਚੇ ਨੇ ਹੁਣ ਬੈਠੇ ਨੇ आर्टिकल 45 दसता, कापी नहीं फरोलनी, मौज नाल कापी देखण लग गए, मैनूं यही पता सी पक्का लभोगे नहीं टलदे। आर्टिकल नंबर 45 याद करो किहड़ा, ये उही है एजुकेशन बिलो, ज्यादा अपनी बिलो दी एज ऑफ 6 ईयर्स। ये पढ़ते होंगे आप स्पैशल, इत्थे आप एक अमेंडमेंट भी पढ़ते होंगे 86th अमेंडमेंट, जिवें इहदे उत्ते 44 हुंदा वो यूनीफॉर्म सिविल कोड वाला है। सो ओवरऑल आर्टिकल्स की बहुत वधिया रिवीजन कर लांगे, बेफिक्र हो जाओ, ठीक है ना। चलो, तो महात्मा गांधी की जय। अज आप खेडां दे सवाल भी बड़े देखे है, तो फिर तुहानूं पता ही है, क्योंकि अपने मुल्क दे विच मैं कहना खेड ही इह चलदी है। इतों बड़ा तुहानूं मैं हिंट की देदा, कहंदे किहड़े स्पोर्ट्स दे विच डिसीजन रैफरल सिस्टम चलदा है, इहनूं आपां शॉर्ट च बच्चों DRS कह दिंदे आ। अपने पेपरां वाले कई बार की है तुहानूं DRS दी फुल फॉर्म पुछ लैणगे। हुण जिहड़े मेरे वर्गे बेचारे करैक्ट जमे ही नहीं देखदे हुण इस समय, उन्हां नूं मैं दस देना चाहुंदा, खास करके कुड़ियां नूं भी भाई हुंदा की है DRS ऐ हुंदा है भी मान लो देखो हुण मैच चली जांदा है, आ सामने अंपायर खड़ा है, इधर पिठ पिछों बॉलर आया, बॉलर ने मतलब सामने वाले बैट्समैन नूं बॉल पाती ते उहने कीती अपील भी भाई ये बंदा आउट है, बट अंपायर ने दिता आउट नहीं। तो आपां जिहड़े बॉलर है, जिहड़ी मतलब बॉलिंग टीम है, तो वह अंपायर के फैसले नूं चुनौती दे सकती है भी इहनूं की पता यार भी क्लीयर तो आउट है, LBW जो हो सकता है, जां कोई बैट ते बॉल लग के हो गई हो सकती है, कैच कुछ हो गया, कीपर कोले कुछ भी है, तो अपने कोले 15 सेकंड हुंदे है। ये फैसला DRS का 15 सेकंड अंदर ही लेना है। आए नहीं भी तुसीं कहोगे भी मैं भी खड़ी एक मिनट भी मैं बाहर आ गया ना, मैं दोस्त नूं पुछां भी मैं DRS लवां कि ना। 15 सेकंडां अंदर तुसीं डिसाइड करना है। जेकर तुसीं अंपायर के फैसले तो खुश नहीं तो ये बच्चों अपने हुंदा है
ਕ੍ਰਿਕਟ ਦੇ ਵਿੱਚ ਤੇ ਪਹਿਲੀ ਵਾਰ DRS ਵਰਤਿਆ ਗਿਆ ਸੀ ਆਫੀਸ਼ੀਅਲੀ 2000 ਤੇ ਮੇਰੇ ਹਿਸਾਬ ਨਾਲ ਚੈੱਕ ਕਰਿਓ 9 ਦੀ ਗੱਲ ਹੈ ਤੇ ਮੈਚ ਹੁੰਦਾ ਹੈ ਨਿਊਜ਼ੀਲੈਂਡ ਵਰਸਸ ਪਾਕਿਸਤਾਨ। ਇਹਦੇ ਵਿੱਚ ਫਿਰ ਪਹਿਲੀ ਵਾਰ ਭਾਈ DRS ਵਰਤਿਆ ਗਿਆ ਸੀ। ਇਹ ਲਾਂਚ ਤਾਂ ਸਾਲ ਪਹਿਲੇ ਹੀ ਹੋ ਗਿਆ ਸੀ ਪਰ ਵਰਤਿਆ ਇਸ ਮੈਚ 'ਚ ਗਿਆ ਸੀਗਾ ਨਿਊਜ਼ੀਲੈਂਡ ਤੇ ਪਾਕਿਸਤਾਨ ਵਾਲੇ ਮੈਚ ਦੇ ਵਿੱਚ ਵਰਤਿਆ ਗਿਆ ਸੀ ਪਹਿਲੀ ਵਾਰ। ਤੇ ਆਪਣਾ ਧੋਨੀ ਬਹੁਤ ਫੇਮਸ ਸੀ। ਆਪਣੀ ਇੰਡੀਆ ਦੇ ਵਿੱਚ ਤਾਂ DRS ਨੂੰ ਧੋਨੀ ਰਿਵਿਊ ਸਿਸਟਮ ਹੀ ਕਹਿ ਦਿੰਦੇ ਆ ਕਿਉਂਕਿ ਇਹ ਅੰਪਾਇਰ ਹੀ ਸੀ ਇੱਕ ਹਿਸਾਬ ਨਾਲ ਆਪੇ ਫੈਸਲੇ ਲੈ ਲੈਂਦਾ ਸੀ ਵੀ ਇਹ ਤਾਂ ਕਲੀਅਰ ਆਊਟ ਆ ਜਾਂ ਨਹੀਂ ਆਊਟ ਕਿਉਂਕਿ ਗਲਤੀਆਂ ਤਾਂ ਬੰਦਿਆਂ ਤੋਂ ਹੋ ਹੀ ਜਾਂਦੀਆਂ। ਹੁਣ ਅੰਪਾਇਰ ਨੂੰ ਹੁਣ ਕੀ ਪਤਾ ਲੱਗਦਾ ਯਾਰ ਵੀ LBW ਆਊਟ ਹੈ ਕਿ ਨਹੀਂ ਹੈਗਾ। ਉਹ ਕਈ ਵਾਰੀ ਬਾਲ ਜ਼ਿਆਦਾ ਉਛਲ ਜਾਂਦੀ ਹੈ ਤੇ ਜ਼ਿਆਦਾ ਆਸੇ ਪਾਸੇ ਹੋ ਗਈ ਵਿਕਟਾਂ ਮਿਸ ਹੋ ਗਈਆਂ ਜਾਂ ਸਨਿਕ ਲੱਗਿਆ। ਸਨਿਕ ਤਾਂ ਯਾਰ ਤੁਸੀਂ ਐਂ ਦੇਖੋ ਆਪਾਂ ਗਲੀ 'ਚ ਖੇਡਦੇ ਹੋਗੇ ਇੱਥੇ ਮੁੱਕਰ ਜਾਂਦੇ ਆ ਵੀ ਨਹੀਂ ਪਤਾ ਲੱਗਿਆ ਮੈਂ ਬੈਟ ਤੇ ਲੱਗੀ ਆ ਕਿ ਮੁੱਕਰਨ ਲੱਗੇ ਤਾਂ ਮਿੰਟ ਮਾਰਦੇ ਆ ਆਪਾਂ। ਸੋ ਇਹ DRS ਵੈਸੇ ਜ਼ਰੂਰੀ ਹੈ ਸਹੀ ਚੀਜ਼ ਹੈ ਤਾਂ ਜੋ ਬਾਅਦ ਚ ਬੰਦਾ ਪਿੱਟੇ ਨਾ ਵੀ ਅਸੀਂ ਤਾਂ ਤੁਹਾਨੂੰ ਤਾਂ ਅੰਪਾਇਰ ਨੇ ਹਰਾਤਾ ਬਈ ਓਏ ਉਹ ਕਿੱਥੇ ਹਾਰਦੇ ਸੀ ਅਸੀਂ ਸਾਨੂੰ ਤਾਂ ਅੰਪਾਇਰ ਨੇ ਹਰਾਤਾ। ਸੋ ਕ੍ਰਿਕਟ ਦੇ ਵਿੱਚ ਯਾਦ ਰੱਖਿਓ ਪਹਿਲਾ ਵਰਲਡ ਕੱਪ ਕਿਹੜੇ ਸਾਲ ਚ ਹੋਇਆ ਸੀ ਆਪਾਂ ਟਿਕ ਲਾਵਾਂਗੇ 1975 ਦੇ ਵਿੱਚ ਤੇ ਪਹਿਲੇ ਤਿੰਨੇ ਵਰਲਡ ਕੱਪ ਕਿੱਥੇ ਹੋਏ ਸੀ ਇੰਗਲੈਂਡ ਦੇ ਵਿੱਚ। ਤੇ ਜੇ ਮੰਨ ਲਓ ਫਿਰ ਪੇਪਰ ਵਾਲੇ ਨੇ ਸਵਾਲ ਪੁੱਛਿਆ ਸਭ ਤੋਂ ਜ਼ਿਆਦਾ ਵਰਲਡ ਕੱਪ ਕੌਣ ਜਿੱਤਿਆ ਦੁਨੀਆ ਦੀ ਸਭ ਤੋਂ ਡੋਮੀਨੈਂਟ ਟੀਮ ਰਹੀ ਹੈ ਬੱਚੋ ਆਸਟ੍ਰੇਲੀਆ ਦੀ। ਆਸਟ੍ਰੇਲੀਆ ਸਭ ਤੋਂ ਜ਼ਿਆਦਾ ਵਰਲਡ ਕੱਪ ਜਿੱਤਿਆ 5 ਵਾਰੀ। ਆਪਣਾ ਮੁਲਕ ਵਰਲਡ ਕੱਪ ਇੰਡੀਆ ਜਿੱਤਿਆ 2 ਵਾਰੀ ਤੇ ਇਹਦਾ ਮੈਂ ਕਹਿੰਦਾ 6ਵੀਂ ਵਾਲਾ ਜਵਾਕ ਵੀ ਜਾਣਦਾ ਹੈ 1983 ਤੇ 2011। ਉਦੋਂ ਬਾਅਦ ਚ ਤਾਂ ਆਪਾਂ ਸੈਮੀਫਾਈਨਲ 'ਚ ਵੀ ਪਹੁੰਚਣੋਂ ਹਟ ਗਏ ਸੈਮੀਫਾਈਨਲ 'ਚ ਹੀ ਹਾਰ ਜਾਂਦੇ ਹੁਣ ਤਾਂ ਕਾਫੀ ਹੁਣ ਤਾਂ ਕ੍ਰਿਕਟ ਵਾਲਿਆਂ ਦੀ ਵੀ ਕਾਫੀ ਬੇਇੱਜ਼ਤੀ ਹੋਣ ਲੱਗ ਗਈ ਆ ਪਿੱਛੇ ਆਪਣੇ ਬੰਗਲਾਦੇਸ਼ ਤੋਂ ਵੀ ਸੀਰੀਜ਼ ਹਾਰ ਗਏ। ਅੱਜ ਅੱਜ ਖਬਰ ਆ ਗਈ ਉਹ ਪਾਕਿਸਤਾਨ ਵਾਲੇ ਇੰਗਲੈਂਡ ਤੋਂ ਹਾਰ ਗਏ। ਆਪਣੀ ਤਾਂ ਇੰਗਲੈਂਡ ਨੇ ਧੁੱਕੀ ਕੱਢੀ ਪਈ ਹੈ ਜਿੱਧਰ ਜਾਂਦੇ ਇੰਗਲੈਂਡ 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 ਹੋਈ ਪਈ ਹੈ। ਆ ਵਰਲਡ ਕੱਪ ਵੀ ਇੰਗਲੈਂਡ ਜਿੱਤੇ ਆ ਪਿਛਲਾ ਵਰਲਡ ਕੱਪ 50-50 ਓਵਰਾਂ ਵਾਲਾ ਤੇ ਪਿਛਲਾ ਵਰਲਡ ਕੱਪ ਆ 20-20 ਵਾਲਾ ਦੋਨੇ ਇੰਗਲੈਂਡ ਫਿਰ ਜਿੱਤ ਗਿਆ। ਧੁੱਕੀ ਕੱਢੀ ਤੁਰੀ ਜਾਂਦੇ ਇੰਗਲੈਂਡ ਵਾਲੇ ਬਹੁਤ ਤਗੜੀ ਟੀਮ ਹੈ ਕਹਿੰਦੇ ਕਿਆ ਬਾਤਾਂ ਹੀ ਹੈ। ਇੰਗਲੈਂਡ ਵੀ ਵੈਸੇ ਇੱਕ ਵਾਰੀ ਜਿੱਤੀ ਹੈ ਉਹ ਵੀ ਪਿਛਲੀ ਵਾਰੀ ਜਿੱਤੀ ਹੈ। ਸ਼੍ਰੀਲੰਕਾ ਵੀ ਜਿੱਤੀ ਇੱਕ ਵਾਰ ਪਾਕਿਸਤਾਨ ਵੀ ਜਿੱਤੀ ਇੱਕ ਵਾਰ ਬਸ ਆਹ ਟੀਮਾਂ ਜਿੱਤੀਆਂ। ਅਜੇ ਤੱਕ ਵਰਲਡ ਕੱਪ ਇੱਕ ਤਾਂ ਉਹ ਨਹੀਂ ਜਿੱਤੇ ਤੁਹਾਡੇ ਆਪਣੇ ਸਾਊਥ ਅਫਰੀਕਾ ਵਾਲੇ ਚੋਕਰਸ ਕਹਿ ਦਿੰਦੇ ਉਹਨਾਂ ਨੂੰ ਹੁਣ ਤਾਂ ਆਪਾਂ ਵੀ ਚੋਕਰਸ ਹੀ ਆ। ਫਿਰ ਇੱਕ ਆਪਣੇ ਉਹ ਨਹੀਂ ਜਿੱਤੇ ਆਪਣੇ ਨਿਊਜ਼ੀਲੈਂਡ ਵਾਲੇ ਵੀ ਨਹੀਂ ਜਿੱਤੇ। ਹਾਂ ਆ ਇੰਗਲੈਂਡ ਦਾ ਤੁਹਾਨੂੰ ਪਤਾ ਹੀ ਹੋਊਗਾ ਫਾਈਨਲ ਆਪਣਾ ਲਾਰਡਸ ਦੇ ਵਿੱਚ ਨਿਊਜ਼ੀਲੈਂਡ ਦੇ ਨਾਲ ਹੀ ਹੋਇਆ ਸੀਗਾ ਠੀਕ ਹੈ ਨਾ। DRS ਬੱਚੋ ਯਾਦ ਰੱਖਿਓ ਤੇ ਕੁੱਲ ਮਿਲਾ ਕੇ ਇਹਦੇ ਨਾਲ ਫਿਰ ਆਪਣਾ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸੋ ਵੀਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਪ੍ਰੋਗਰਾਮ ਆਪਣੇ ਕਿੱਦਾਂ ਲੱਗ ਰਹੇ ਹੈ। ਕਮੈਂਟ ਜ਼ਰੂਰ ਕਰਨਾ ਮਤਲਬ ਇੱਕ ਹਿਸਾਬ ਨਾਲ ਹੀ ਮੈਂਡੇਟਰੀ ਹੈ ਜੇਕਰ ਤੁਸੀਂ ਕਮੈਂਟ ਨਹੀਂ ਕਰੋਗੇ ਤਾਂ ਸ਼ੋਆਂ ਦੇ ਵਿੱਚ ਦੇਰੀ ਜ਼ਰੂਰ ਹੋਇਆ ਕਰੇਗੀ ਠੀਕ ਹੈ ਨਾ। ਚਲੋ ਠੀਕ ਹੈ ਫਿਰ ਮਿਲਦੇ ਹਾਂ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਨਾਈਟ ਸਵੀਟ ਡ੍ਰੀਮਸ ਟੇਕ ਕੇਅਰ।